मैं अक्सर ही कहना ਹੁੰਦਾ कि ਅਸੀਂ ਆਪਣਾ ਇਤਿਹਾਸ ਸਾਂਭਿਆ ਨਹੀਂ। ਉਹ ਨਾ ਸਾਂਭਣ ਦਾ ਸਿੱਟਾ ਇਹ ਨਿਕਲਿਆ ਕਿ 200 ਕੁ ਸਾਲ ਪੁਰਾਣਾ ਸਾਡੀਆਂ ਜਿਹੜੀਆਂ ਐਡੀਆਂ ਬੇਸ਼ਕੀਮਤੀ ਇਮਾਰਤਾਂ ਸੀ ਉਹ ਢਹਿ ਢੇਰੀ ਹੋ ਗਈਆਂ। ਪ੍ਰੇਮ ਸਿੰਘ ਜੀ ਖੁੰਡੇਵਾਲਾ ਬੜੇ ਬਹਾਦਰ ਸਨ। तो ਸਿੰਧ ਦਰਿਆ ਬੜਾ ਚੜਿਆ ਸੀ, तो ਉਹਨਾਂ ਨੇ ਪਹਿਲ ਕਦਮੀ ਕਰਦਿਆਂ ਕਿ ਮੈਂ ਪਾਰ ਜਾਣਾ ਪਹਿਲੋਂ। तो ਪਰ ਪਾਣੀ ਇੰਨਾ ਸੀ ਕਿ ਉਹ ਘੋੜੇ ਸਮੇਤ ਘੋੜੇ ਹੀ ਪਾਣੀ ਦੇ ਵਿੱਚ ਰੁੜ ਗਏ ਸਨ। ਸੋ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਪਹਿਲੋਂ ਵੀ ਬੜੀ ਬਹਾਦਰੀ ਦੇਖੀ, ਤਾਂ ਫਿਰ ਉਹਨਾਂ ਦੀ ਕੁਰਬਾਨੀ ਨੂੰ ਦੇਖਦਿਆਂ ਫਿਰ ਉਹਨਾਂ ਦੇ ਪਰਿਵਾਰ ਨੂੰ ਬਹੁਤ ਸਾਰੀ ਜਗੀਰ ਜਿਹੜੀ ਉਹ ਦਿੱਤੀ ਸੀ ਬਟਾਲੇ ਦੇ ਆਲੇ ਦੁਆਲੇ। ਨਾਲ ਹੀ ਬਿਲਕੁਲ ਕੰਧ ਦੇ ਨਾਲ ਕੰਧ ਸਾਂਝੀ ਹੈ ਗੁਰਦੁਆਰਾ ਡੇਰਾ ਸਾਹਿਬ ਆ, ਗੁਰੂ ਨਾਨਕ ਸਾਹਿਬ ਦੇ ਸਹੁਰਿਆਂ ਦਾ ਘਰ। ਮਹਾਰਾਜਾ ਸ਼ੇਰ ਸਿੰਘ ਨੇ ਉਸ ਗੁਰਦੁਆਰੇ ਦੀ ਸੇਵਾ ਵੀ ਕਰਾਈ ਸੀ। ਸੋ ਅਕਸਰ ਹੀ ਮਹਾਰਾਜਾ ਸ਼ੇਰ ਸਿੰਘ ਜਦੋਂ ਮੱਥਾ ਟੇਕਣ ਆਉਂਦੇ ਸੀ ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਹੀ ਆ ਬਿਲਕੁਲ, ਤੇ ਇੱਥੇ ਇਸ ਕੋਠੀ ਦੇ ਵਿੱਚ ਵੀ ਆਉਂਦੇ ਸੀ। ਮੰਨਿਆ ਤੇ ਇਹ ਵੀ ਜਾਂਦਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਬਟਾਲੇ ਆਉਂਦੇ ਰਹੇ ਤੇ ਉਹ ਇਸ ਕੋਠੀ 'ਚ ਵੀ ਆਪਣੇ ਚਰਨ ਪਾਉਂਦੇ ਰਹੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਬਟਾਲਾ ਸ਼ਹਿਰ ਸਿੱਖ ਰਾਜ ਦੀਆਂ ਨਿਸ਼ਾਨੀਆਂ ਦੇ ਵਜੋਂ ਭਰਪੂਰ ਹੈ। ਬਟਾਲੇ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਵਿਰਾਸਤੀ ਚੀਜ਼ਾਂ ਸਨ, ਅਸੀਂ ਤੁਹਾਨੂੰ ਲਗਾਤਾਰ ਹੀ ਡੇਲੀ ਪੋਸਟ ਪੰਜਾਬੀ ਤੇ ਦਿਖਾ ਰਹੇ ਹਾਂ। ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਪ੍ਰੇਮ ਸਿੰਘ ਖੁੰਡੇਵਾਲਾ ਦੀ ਗੋਲ ਕੋਠੀ ਦੇ ਵਿੱਚ। ਇਹ ਉਹੀ ਗੋਲ ਕੋਠੀ ਹੈ ਕਦੇ ਬਟਾਲਾ ਸ਼ਹਿਰ ਦੀ ਸ਼ਾਨ ਹੋਇਆ ਕਰਦੀ ਸੀ ਤੇ ਅੱਜ ਇੱਕ ਖੰਡਰ ਬਣ ਚੁੱਕੀ ਹੈ। ਫਰਜ਼ ਸਾਡਾ ਤਾਂ ਬਣਦਾ ਤੁਹਾਨੂੰ ਦਿਖਾਉਣ ਦਾ, ਕਿਉਂਕਿ ਕਿਸੇ ਟਾਈਮ ਇਹਨਾਂ ਸਭ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਸਾਨੂੰ ਆਜ਼ਾਦੀ ਮਿਲੀ ਹੈ। ਅੱਜ ਅਸੀਂ ਬੜੀ ਸ਼ਾਨੋ ਸ਼ੌਕਤ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਂਦੇ ਹਾਂ, ਪਰ ਅੱਜ ਅਸੀਂ ਇਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਨੂੰ ਭੁੱਲ ਕੇ ਅਸੀਂ ਇਹਨਾਂ ਦੀ ਵਿਰਾਸਤ ਨੂੰ ਮਲੀਆ ਮੇਟ ਕਰਦੇ ਹੋਏ ਨਜ਼ਰ ਆ ਰਹੇ ਹਾਂ। ਤਸਵੀਰਾਂ ਦੇਖ ਕੇ ਮਨ ਬੇਹੱਦ ਨਿਰਾਸ਼ ਹੋ ਜਾਂਦਾ ਹੈ। ਸੋ ਇੱਥੇ ਫਰਜ਼ ਤੁਹਾਡਾ ਤੇ ਸਾਡਾ ਸਭ ਦਾ ਬਣਦਾ ਹੈ ਕਿ ਅਸੀਂ ਪੁਰਾਣੀਆਂ ਚੀਜ਼ਾਂ ਤੇ ਪੁਰਾਣੀਆਂ ਵਿਰਾਸਤਾਂ ਨੂੰ ਤੁਹਾਨੂੰ ਵੀ ਦਿਖਾਈਏ। ਇਸੇ ਲਈ ਅਸੀਂ ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਵਿਰਾਸਤੀ ਇਮਾਰਤਾਂ ਤੁਹਾਨੂੰ ਦਿਖਾਉਣ ਲਈ ਪਹੁੰਚਦੇ ਹਾਂ, ਜੋ ਹੁਣ ਖੰਡਰ ਬਣ ਚੁੱਕੀਆਂ ਨੇ। ਤੇ ਅੱਜ ਫਿਰ ਸਾਡੇ ਨਾਲ ਇੱਥੇ ਹੀ ਬਟਾਲਾ ਸ਼ਹਿਰ ਦੇ DPRO ਇੰਦਰਜੀਤ ਹਰਪੁਰਾ ਹੋਣੀ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਦੇ ਰਾਹੀਂ ਅਸੀਂ ਤੁਹਾਨੂੰ ਬਟਾਲੇ ਸ਼ਹਿਰ ਦੀ ਹਰ ਇੱਕ ਚੀਜ਼ ਦਿਖਾ ਰਹੇ ਹਾਂ। ਸੋ ਅੱਜ ਅਸੀਂ ਉਸੇ ਹੀ ਗੋਲ ਕੋਠੀ ਵਿੱਚ ਪਹੁੰਚੇ ਹੋਏ ਹਾਂ। ਤਸਵੀਰਾਂ ਵੀ ਤੁਹਾਨੂੰ ਦਿਖਾ ਦਿੱਤੀਆਂ ਨੇ। ਸਾਡੇ ਨਾਲ ਇੱਥੇ ਫਿਰ ਅੱਜ ਇੰਦਰਜੀਤ ਹੋਣੀ ਮੌਜੂਦ ਨੇ। ਸਵਾਲ ਫਿਰ ਕਰਾਂਗੇ, ਜਵਾਬ ਬਹੁਤ ਸਾਰੇ ਹੋਣਗੇ ਤੇ ਸਵਾਲ ਬਥੇਰੇ ਨੇ ਤੇ ਉਹਨਾਂ ਦੇ ਜਿਹੜੇ ਜਵਾਬ ਆ ਉਹ ਵੀ ਮੰਗੇ ਜਾਣਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਤਾਂ ਕਿ ਤੁਸੀਂ ਬਟਾਲਾ ਸ਼ਹਿਰ ਦੇ ਵੀ ਰਹਿਣ ਵਾਲੇ ਹੋ, ਤੁਸੀਂ ਇੱਥੋਂ ਦੇ ਜੰਮ ਭਾਲੋ, ਹੈ ਨਾ। ਪਹਿਲਾਂ ਤਾਂ ਕਿੰਨਾ ਮਾਣ ਮਹਿਸੂਸ ਹੁੰਦਾ ਹੋਏਗਾ ਕਿ ਸਾਡਾ ਸ਼ਹਿਰ ਜਿਹੜਾ ਇੱਕ ਇਤਿਹਾਸ ਦੇ ਨਾਲ ਭਰਿਆ ਹੋਇਆ ਹੈ। ਬਿਲਕੁਲ ਜੀ, ਬਟਾਲਾ ਸਾਨੂੰ ਇਸ ਗੱਲ 'ਤੇ ਬੜਾ ਪ੍ਰਾਊਡ ਆ ਕਿ ਇੱਕ ਤਾਂ ਗੁਰੂ ਨਾਨਕ ਸਾਹਿਬ ਇੱਥੇ ਵਿਆਹੁਣ ਆਏ ਸੀ, ਉਹਦਾ ਸਾਨੂੰ ਬਹੁਤ ਮਾਣ ਆ। ਉਸ ਤੋਂ ਇਲਾਵਾ ਜਦੋਂ ਅਸੀਂ ਹਿਸਟਰੀ ਪੜ੍ਹਦੇ ਹਾਂ ਤਾਂ ਬਟਾਲੇ ਦਾ ਬਹੁਤ ਸਾਰਾ ਜ਼ਿਕਰ ਜਾਂ ਬਟਾਲੇ ਦਾ ਸ਼ਾਨਾ ਮਤਾ ਇਤਿਹਾਸ ਰਿਹਾ ਆ। ਸ਼ਿਵ ਕੁਮਾਰ ਬਟਾਲਵੀ ਵੀ, ਜੇ ਥੋੜ੍ਹਾ ਚਿਰ ਪਹਿਲੋਂ ਦੀ ਗੱਲ ਕਰ ਲਈਏ, ਸੋ ਬਟਾਲਾ ਇਤਿਹਾਸ ਦੇ ਵਿੱਚ ਬਹੁਤ ਖਾਸ ਥਾਂ ਰੱਖਦਾ ਤੇ ਸਾਨੂੰ ਬਟਾਲਵੀ ਹੋਣ ਦਾ ਮਾਣ ਜੀ। ਹੁਣ ਗੱਲ ਕਰ ਲੈਂਦੇ ਹਾਂ ਜਿੱਥੇ ਅਸੀਂ ਅੱਜ ਫਿਰ ਦਰਸ਼ਕਾਂ ਨੂੰ ਇੱਕ ਕੋਠੀ ਦਿਖਾਉਣ ਲਈ ਪਹੁੰਚੇ ਹਾਂ, ਜੋ ਫਿਰ ਇੱਕ ਖੰਡਰ ਦਾ ਰੂਪ ਜਿਹੜਾ ਧਾਰਨ ਕਰਦੀ ਜਾ ਰਹੀ ਹੈ। ਸੋ ਹੁਣ ਗੱਲ ਕਰ ਲੈਂਦੇ ਹਾਂ ਕਿ ਇਹਨੂੰ ਗੋਲ ਕੋਠੀ ਕਿਉਂ ਕਿਹਾ ਜਾਂਦਾ ਹੈ। ਬਿਲਕੁਲ ਜੀ, ਇਹ ਮੈਂ ਅਕਸਰ ਹੀ ਕਹਿਣਾ ਹੁੰਦਾ ਕਿ ਅਸੀਂ ਆਪਣਾ ਇਤਿਹਾਸ ਸਾਂਭਿਆ ਨਹੀਂ। ਉਹ ਨਾ ਸਾਂਭਣ ਦਾ ਸਿੱਟਾ ਇਹ ਨਿਕਲਿਆ ਕਿ 200 ਕੁ ਸਾਲ ਪੁਰਾਣਾ ਸਾਡੀਆਂ ਜਿਹੜੀਆਂ ਐਡੀਆਂ ਬੇਸ਼ਕੀਮਤੀ ਇਮਾਰਤਾਂ ਸੀ ਉਹ ਢਹਿ ਢੇਰੀ ਹੋ ਗਈਆਂ। ਜਿੱਥੋਂ ਤੱਕ ਇਸ ਕੋਠੀ ਨੂੰ ਗੋਲ ਕੋਠੀ ਕਹਿਣ ਦਾ ਸਵਾਲ ਆ, ਤੇ ਉਹ ਜਿਵੇਂ ਇਹਦੀ ਬਣਤਰ ਆ, ਇਹਦੀ ਬਾਹਰੋਂ ਜਿਹੜੀ ਗੋਲ ਆ ਇਹਦੀ ਬਣਤਰ, ਤੇ ਉਹ ਗੋਲ ਜਿਹੜਾ ਗੁੰਬਦ ਆ ਜਾਂ ਮੀਨਾਰ ਜਿਹੜਾ ਗੋਲ ਬਣਿਆ, ਉਹਦੇ ਕਰਕੇ ਇਹਨੂੰ ਗੋਲ ਕੋਠੀ ਕਿਹਾ ਜਾਂਦਾ ਜੀ। ਸੋ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਕਿ ਜਿਸ ਤਰ੍ਹਾਂ ਇੱਥੇ ਪ੍ਰੇਮ ਸਿੰਘ ਖੁੰਡੇਵਾਲਾ ਹੁਣੀ ਰਹਿੰਦੇ ਸੀ, ਬਟਾਲਾ ਸ਼ਹਿਰ ਦੇ ਅੱਜ ਵੀ ਇਸ ਨੂੰ ਖੁੰਡੇਵਾਲਿਆਂ ਦੀ ਕੋਠੀ ਕਹਿ ਕੇ ਜਿਹੜਾ ਪੁਕਾਰਦੇ ਹੈਗੇ ਆ। ਸੋ ਪ੍ਰੇਮ ਸਿੰਘ ਖੁੰਡੇਵਾਲਾ
ਸਾਨੂੰ ਪਤਾ, ਤੁਹਾਨੂੰ ਪਤਾ, ਸਾਡੇ ਅੱਜ ਦੀ ਜਿਹੜੀ ਪੀੜ੍ਹੀ ਹੈ ਬਹੁਤ ਇਤਿਹਾਸ ਤੋਂ ਵਾਂਝੀ ਵੀ ਹੁੰਦੀ ਹੈ। ਸੋ ਪ੍ਰੇਮ ਸਿੰਘ ਖੁੰਡੇਵਾਲਾ ਕੌਣ ਹੈ? ਮੈਂ ਪ੍ਰੇਮ ਸਿੰਘ ਖੁੰਡੇਵਾਲ ਦੇ ਬਾਰੇ ਦੱਸਣ ਤੋਂ ਪਹਿਲਾਂ ਥੋੜ੍ਹਾ ਜਿਹਾ ਇਹ ਦੱਸਦਾ ਕਿ ਇਹ ਜਿਹੜੀ ਕੋਠੀ ਆਪਾਂ ਖੜੇ ਆ, ਜਿਹੜੀ ਤੁਸੀਂ ਦੇਖ ਚੁੱਕੇ ਜੇ, ਇਹ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਮਿਸਲਾਂ ਦੇ ਦੌਰ ਦੀ ਇਹ ਕੋਠੀ ਆ। ਜਦੋਂ ਸਿੱਖ ਰਾਜ ਕਾਇਮ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ 'ਚ, ਉਸ ਤੋਂ ਪਹਿਲਾਂ ਜਦੋਂ ਮਿਸਲਾਂ ਦੀ ਆਪਸ ਵਿੱਚ ਇਲਾਕਿਆਂ ਨੂੰ ਲੈ ਕੇ ਲੜਾਈ ਸੀ, ਸੋ ਕਨ੍ਹਈਆ ਮਿਸਲ ਦਾ ਬਟਾਲਾ ਸ਼ਹਿਰ ਵਿੱਚ ਕਬਜ਼ਾ ਹੁੰਦਾ। ਰਾਣੀ ਸਦਾ ਕੌਰ ਇੱਥੇ ਦੇ ਰਾਜ ਭਾਗ ਦੇਖਦੇ ਰਹੇ ਨੇ। ਸੋ ਜਿਹੜੇ ਪ੍ਰੇਮ ਸਿੰਘ ਨੇ ਉਹ ਕਨ੍ਹਈਆ ਮਿਸਲ ਦੇ ਇੱਕ ਉੱਘੇ ਸਰਦਾਰ ਸੀ, ਤੇ ਉਹ ਤੁਸੀਂ ਦੇਖ ਸਕਦੇ ਜੇ ਕਿ ਇਹ ਉਸ ਸਮੇਂ ਦੇ ਸਿੱਖ ਰਾਜ ਦੇ ਇੱਕ ਸਰਦਾਰ ਦੀ ਏਡੀ ਵੱਡੀ ਕੋਠੀ ਆ, ਤੇ ਤੁਸੀਂ ਇੱਥੋਂ ਅੰਦਾਜ਼ਾ ਸਹਿਜੇ ਲਗਾ ਸਕਦੇ ਜਿਹੜੇ ਇਹਦੇ ਰਾਜੇ ਜਾਂ ਇਹਦੇ ਕਰਤਾ ਧਰਤਾ ਰਹੇ ਨੇ ਸਿੱਖ ਰਾਜ ਦੇ, ਉਹਨਾਂ ਦੀ ਕੋਠੀ ਕਿੱਡੀ ਵੱਡੀ ਹੋਏਗੀ। ਸੋ ਪ੍ਰੇਮ ਸਿੰਘ ਖੁੰਡੇਵਾਲ ਜੀ ਇੱਥੇ, ਇਹਨਾਂ ਦਾ ਬੇਸਿਕਲੀ ਜਦੋਂ ਆਪਾਂ ਪਿੱਛੇ ਜਾਂਦੇ ਤਾਂ ਇਹਨਾਂ ਦਾ ਪਿਛੋਕੜ ਜਿਹੜਾ ਵਾ 700 ਸਾਲ ਪਹਿਲਾਂ ਰਾਜਸਥਾਨ ਦੇ ਨਾਲ ਜੁੜਦਾ, ਜਦੋਂ ਉੱਥੋਂ ਹਿਜਰਤ ਕਰਕੇ ਇਹ ਰੰਧਾਵਾ ਪਰਿਵਾਰ ਜਿਹੜੇ ਇੱਥੇ ਬਟਾਲੇ ਦੇ ਲਾਗੇ ਪਿੰਡਾਂ ਵਿੱਚ ਆ ਕੇ ਵੱਸਦੇ ਆ। ਇਹ ਖੁੰਡਾ ਪਿੰਡ ਆ ਧਾਰੀਵਾਲ ਦੇ ਲਾਗੇ ਗੁਰਦਾਸਪੁਰ ਜ਼ਿਲ੍ਹੇ 'ਚ, ਉੱਥੇ ਆ ਕੇ ਇਹ ਆਪਣਾ ਨਿਵਾਸ ਸਥਾਨ ਕਰਦੇ ਆ। ਖੁੰਡਾ ਪਿੰਡ 'ਚ ਰਹਿਣ ਕਰਕੇ ਇਹਨਾਂ ਨੂੰ ਖੁੰਡੇ ਵਾਲੇ ਸਰਦਾਰ ਕਹਿਣ ਲੱਗ ਪੈਂਦੇ ਆ। ਸੋ ਸਮਾਂ ਆਉਂਦਾ ਜਦੋਂ ਇਹ ਰਾਜਪੂਤ ਘਰਾਣੇ ਤੋਂ ਜਦੋਂ ਗੁਰੂ ਨਾਨਕ ਸਾਹਿਬ ਦੇ ਪੰਥ ਨਾਲ ਜੁੜਦੇ ਆ, ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ 'ਤੇ ਇਹ ਅੰਮ੍ਰਿਤ ਛਕ ਕੇ ਸਿੰਘ ਸੱਜਦੇ ਆ, ਤੇ ਬਾਅਦ ਵਿੱਚ ਵੱਖ-ਵੱਖ ਜਿਹੜਾ ਸਿੱਖ ਸੰਘਰਸ਼ ਰਿਹਾ ਉਹਦੇ 'ਚ ਵੀ ਹਿੱਸਾ ਲੈਂਦੇ ਰਹੇ ਇਹਨਾਂ ਦੇ ਪਰਿਵਾਰ। ਸੋ ਜਦੋਂ ਮਿਸਲਾਂ ਦਾ ਦੌਰ ਸੀ ਤਾਂ ਪ੍ਰੇਮ ਸਿੰਘ ਖੁੰਡੇ ਵਾਲੇ ਜਿਹੜੇ ਆ ਉਹ ਕਨ੍ਹਈਆ ਮਿਸਲ ਜੁਆਇਨ ਕਰਦੇ ਆ, ਤੇ ਆਪਣੀ ਉਹਨਾਂ ਦੇ ਕੋਲ ਚੰਗੀ ਫੌਜ ਸੀ, ਤੇ ਉਹਨਾਂ ਦੀ ਬਦੌਲਤ, ਹੋਰ ਸਰਦਾਰਾਂ ਦੀ ਬਦੌਲਤ ਜਿਹੜੀ ਕਨ੍ਹਈਆ ਮਿਸਲ ਦੀ ਉਹ ਚੜ੍ਹਾਈ ਸੀ। ਸੋ ਵੈਸੇ ਅਸੀਂ ਡੇਲੀ ਪੋਸਟ ਪੰਜਾਬੀ ਦੇ ਸਾਰੇ ਹੀ ਦਰਸ਼ਕਾਂ ਨੂੰ ਚੱਲ ਫਿਰ ਕੇ ਦਿਖਾਉਂਦੇ ਹੁੰਦੇ ਹਾਂ ਕਿ ਕਿਹੜੀ ਕਿਹੜੀ ਚੀਜ਼ ਕਿੱਥੇ ਕਿੱਥੇ ਕਿਵੇਂ ਪਈ ਹੋਈ ਹੈ। ਪਰ ਇਸ ਵੇਲੇ ਜਿਹੜੀ ਇਸ ਕੋਠੀ ਦੀ ਜੇਕਰ ਅਸੀਂ ਹਾਲਾਤ ਦੀ ਗੱਲ ਕਰ ਲਈਏ, ਸੋ ਇਸ ਜਿਹੜੀ ਕੋਠੀ ਦੀ ਹਾਲਤ ਬਹੁਤ ਹੀ ਖੰਡਰ, ਪੂਰਾ ਜਿਹੜਾ ਖੰਡਰ ਕਹਿ ਸਕਦੇ ਹਾਂ। ਪਰ ਦੇਖ ਸਕਦੇ ਹੋ ਕਿ ਕੈਮਰਾਮੈਨ ਜਗਰੂਪ ਸਿੰਘ ਹੁਣੀ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਨੇ ਕਿ ਤੁਸੀਂ ਦੇਖ ਰਹੇ ਹੋ ਕਿ ਉੱਪਰਲੀਆਂ ਛੱਤਾਂ ਤੱਕ ਜਿਹੜੀਆਂ ਹੈ ਹੀ ਨਹੀਂ ਹੈ ਹੁਣ। ਸੋ ਗਾਡਰ ਹੀ ਗਾਡਰ ਰਹਿ ਗਏ ਨੇ, ਪਰ ਇਸ ਦੇ ਨਾਲ ਕੋਈ ਛੱਤ ਨਹੀਂ ਹੈ, ਕੋਈ ਬਾਲਾ ਨਹੀਂ ਹੈ। ਸੋ ਆਲੇ ਦੁਆਲੇ ਜਿਹੜੀਆਂ ਵਾ ਕੰਧਾਂ ਵੀ ਢਹਿ ਢੇਰੀ ਹੋ ਚੁੱਕੀਆਂ ਨੇ, ਕੁਝ ਬਾਕੀ ਰਹਿ ਹੀ ਨਹੀਂ ਗਿਆ। ਕਿਸੇ ਵੇਲੇ ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀ, ਪਹਿਲਾਂ ਇੱਥੇ ਜਿਹਨੂੰ ਸ਼ਾਨਾ ਮੱਤਾ ਇਤਿਹਾਸ ਕਿਹਾ ਜਾਂਦਾ ਉਹ ਸੀ। ਪਰ ਜੇਕਰ ਹੁਣ ਦੀ ਗੱਲ ਕਰ ਲਈ ਜਾਵੇ ਤਾਂ ਹੁਣ ਸਿਰਫ ਤੇ ਸਿਰਫ ਸਾਨੂੰ ਖੰਡਰ ਹੀ ਨਜ਼ਰ ਆਉਂਦਾ ਹੈ। ਜੇਕਰ ਹੁਣ ਇਸ ਕੋਠੀ ਦੀ ਗੱਲ ਕਰੀਏ ਤਾਂ ਅਸੀਂ ਦੇਖ ਰਹੇ ਸੀ ਕਿ ਪਹਿਲਾਂ ਜਿਹੜੇ ਪੁਰਾਣੇ ਸਮੇਂ ਵਿੱਚ ਚੂਨਾ ਲੱਗਦਾ ਹੁੰਦਾ ਸੀ, ਇੱਟਾਂ ਨੂੰ ਉਦੋਂ ਤਿਆਰ ਕੀਤੇ ਜਾਂਦੇ ਸੀ। ਪਰ ਜਿਹੜੀ ਇਹ ਬਣਤਰ ਕੋਠੀ ਦੀ ਹੈਗੀ ਹੈ, ਇਹ ਸਾਰੀ ਆਲੇ ਦੁਆਲੇ ਜਿਹੜੀ ਹੈ ਮਿੱਟੀ ਗਾਰੇ ਦੇ ਨਾਲ ਹੀ ਬਣਾਈਆਂ ਗਈਆਂ ਨੇ। ਇਹ ਕੋਈ ਜੀ 1800 ਦੇ ਪਹਿਲੇ ਦਹਾਕੇ ਦੇ ਵਿੱਚ ਇਹ ਕੋਠੀ ਇਹ ਬਣਦੀ ਹੈ। ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋ ਚੁੱਕਾ ਸੀ। ਸੋ ਇਹ ਜਿਹੜੀ ਇੱਟ ਵਰਤੀ ਗਈ ਆ, ਨਾਨਕਸ਼ਾਹੀ ਇੱਟ ਵਰਤੀ ਗਈ ਆ, ਤੇ ਪਰ ਇਹਦੀ ਜਿਹੜੀ ਚਿਣਾਈ ਆ ਉਹ ਗਾਰੇ ਦੇ ਨਾਲ ਕੀਤੀ ਗਈ ਆ। ਆ ਜਿਹੜਾ ਤੁਸੀਂ ਪਲਸਤਰ ਦੇਖਦੇ ਜਾਂ ਗਾਡਰ ਦੇਖ ਰਹੇ ਜੇ, ਇਹ ਇਸ ਤੋਂ ਬਾਅਦ ਕੋਈ 25-30 ਸਾਲ ਪਹਿਲਾਂ ਵੀ ਇੱਥੇ ਜਿਹਦੇ ਵਾਰਸ ਜਿਹੜੇ ਸੀ ਉਹ ਰਹਿੰਦੇ ਰਹੇ, ਤੇ ਉਹਨਾਂ ਨੇ ਬਾਅਦ ਵਿੱਚ ਥੋੜੀ ਦੀ ਰੈਨੋਵੇਸ਼ਨ ਕੀਤੀ ਹੈ। ਇਹ 25-30 ਸਾਲ ਪਹਿਲੋਂ ਜਦੋਂ ਉਹ ਇੱਥੋਂ ਚਲੇ ਗਏ ਬਾਹਰ ਜਾ ਕੇ, ਉਹਨਾਂ ਨਵੀਂ ਕੋਠੀ ਬਣਾ ਲਈ, ਤੇ ਫਿਰ ਇੱਥੇ ਕੋਈ ਰਹਿਣ ਨਾ ਹੋਣ ਕਰਕੇ ਤੇ ਇਹ ਜਿਹੜੀ ਇਹ ਦਿਨੋਂ ਦਿਨ ਕੋਠੀ ਢਹਿੰਦੀ ਗਈ ਹੈ। ਤੇ ਮੈਂ ਤੁਹਾਨੂੰ ਇਹਦਾ ਥੋੜਾ ਹੋਰ ਬੈਕਗਰਾਊਂਡ ਦੱਸ ਦੇਵਾਂ। ਪ੍ਰੇਮ ਸਿੰਘ ਖੁੰਡੇ ਵਾਲੇ ਉਹ ਸਰਦਾਰ ਸੀ ਜਿਹੜੇ ਪਹਿਲੋਂ ਸਦਾ ਕੌਰ ਦੇ ਨਾਲ ਸੀ। ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਤੇ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਹ ਸਲਾਰ ਜਰਨੈਲ ਰਹੇ ਨੇ। ਜਦੋਂ ਵੱਡੀਆਂ ਲੜਾਈਆਂ ਲੜੀਆਂ ਨੇ ਜਮਰੌਦ ਵੱਲ ਦੀਆਂ ਦਾ, ਉਦੋਂ ਵੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਸੀ। ਇੱਕ ਵਾਰ ਕਹਿੰਦੇ ਨੇ ਕਿ ਸਿੰਧ ਦਰਿਆ ਪਾਰ ਕਰ ਰਹੇ ਸੀ ਮਹਾਰਾਜਾ ਸਾਹਿਬ, ਕੋਈ ਸਿੰਧ ਪਾਰ ਤੋਂ ਬਾਅਦ ਉਹਨਾਂ ਨੇ ਕੋਈ ਮੈਦਾਨ ਫਤਿਹ ਕਰਨਾ ਸੀ। ਸੋ ਪ੍ਰੇਮ ਸਿੰਘ ਜੀ ਖੁੰਡੇਵਾਲਾ ਬੜੇ ਬਹਾਦਰ ਸਨ, ਤੋ ਸਿੰਧ ਦਰਿਆ ਬੜਾ ਚੜ੍ਹਿਆ ਸੀ, ਤਾਂ ਉਹਨਾਂ ਨੇ ਪਹਿਲ ਕਦਮੀ ਕਰਦਿਆਂ ਕਿ ਮੈਂ ਪਾਰ ਜਾਂਦਾ ਪਹਿਲੋਂ, ਤੋ ਪਰ ਪਾਣੀ ਇੰਨਾ ਸੀ ਕਿ ਉਹ ਘੋੜੇ ਸਮੇਤ ਘੋੜੇ ਹੀ ਪਾਣੀ ਦੇ ਵਿੱਚ ਰੁੜ ਗਏ ਸਨ। ਸੋ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਪਹਿਲੋਂ ਵੀ ਬੜੀ ਬਹਾਦਰੀ ਦੇਖੀ, ਤਾਂ ਫਿਰ ਉਹਨਾਂ ਦੀ ਕੁਰਬਾਨੀ ਨੂੰ ਦੇਖਦਿਆਂ ਫਿਰ ਉਹਨਾਂ ਦੇ ਪਰਿਵਾਰ ਨੂੰ ਬਹੁਤ ਸਾਰੀ ਜਗੀਰ ਜਿਹੜੀ ਉਹ ਦਿੱਤੀ ਸੀ। ਬਟਾਲੇ ਦੇ ਆਲੇ ਦੁਆਲੇ ਬਹੁਤ ਸਾਰੀ, ਅੱਜ ਵੀ ਉਹਨਾਂ ਦੇ 250-300 ਏਕੜ ਉਹਨਾਂ ਕੋਲ ਜ਼ਮੀਨ ਆ। ਸੋ ਉਹ ਇੱਕ ਉਹਨਾਂ ਨੂੰ ਇਨਾਮ ਵਜੋਂ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਸੀ। ਬਾਅਦ ਵਿੱਚ ਫਿਰ ਪ੍ਰੇਮ ਸਿੰਘ ਦੇ 2 ਬੇਟੇ ਜਸਵੰਤ ਸਿੰਘ ਤੇ ਜੈਮਲ ਸਿੰਘ, ਇਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ 1836 ਦੇ ਵਿੱਚ ਇਹ ਲਹਿਣਾ ਸਿੰਘ ਮਜੀਠੀਆ ਦੇ ਅੰਡਰ ਰਾਮਗੜੀਆ ਬ੍ਰਿਗੇਡ ਦੀ ਕਮਾਨ ਸੰਭਾਲਦੇ ਆ। ਫਿਰ ਉਹਨਾਂ ਨੇ ਵੀ
ਬੜੀਆਂ ਵੱਡੀਆਂ ਲੜਾਈਆਂ ਜਾਂ ਬੜੀਆਂ ਬਹਾਦਰੀਆਂ ਦਿਖਾਈਆਂ। ਸੋ ਇਹ ਉਹ ਜਰਨੈਲਾਂ ਦੀ ਕੋਠੀ ਹੈ ਜਿਨ੍ਹਾਂ ਦਾ ਸਿੱਖ ਰਾਜ ਕਾਇਮ ਕਰਨ 'ਚ ਬੜਾ ਉੱਘਾ ਯੋਗਦਾਨ ਸੀ। ਜੇਕਰ ਹੁਣ ਗੱਲ ਕਰ ਲਈ ਜਾਵੇ ਇਸ ਕੋਠੀ ਦੇ ਵਿੱਚ ਕੌਣ ਕੌਣ ਆਉਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਹੋਣੀ, ਉਹਨਾਂ ਦੀ ਸੱਸ ਸਦਾ ਕੌਰ ਹੋਣੀ ਵੀ ਇਸੇ ਕੋਠੀ ਵਿੱਚ ਆਉਂਦੇ ਹੁੰਦੇ ਸਨ? ਬਿਲਕੁਲ ਜੀ, ਜਦੋਂ ਇਹ ਕੋਠੀ ਬਟਾਲਾ ਉਸ ਸਮੇਂ ਦੇ ਬਟਾਲੇ ਦੀ ਵੱਡੀਆਂ ਕੋਠੀਆਂ ਦੇ ਵਿੱਚੋਂ ਤੁਸੀਂ ਕਹਿ ਸਕਦੇ ਖਾਲਸਾ ਰਾਜ ਦੀ ਇਹ ਸ਼ਾਨ ਸੀ ਇਹ ਕੋਠੀ ਇਹ। ਤੇ ਮਹਾਰਾਣੀ ਰਾਣੀ ਸਦਾ ਕੌਰ ਜਿਹੜੇ ਬਟਾਲੇ ਹੀ ਰਾਜ ਕਰਦੇ ਸੀ ਉਹ ਵੀ ਅਕਸਰ ਇੱਥੇ ਆਉਂਦੇ ਸੀ। ਮਹਾਰਾਜਾ ਸ਼ੇਰ ਸਿੰਘ ਜਦੋਂ ਬਾਅਦ ਵਿੱਚ ਬਟਾਲੇ ਜਗੀਰ ਮਿਲਦੀ ਆ ਤਾਂ ਉਹਨਾਂ ਦਾ ਵੀ ਇੱਥੇ ਅਕਸਰ ਆਉਣਾ ਜਾਣਾ ਰਹਿੰਦਾ ਸੀ। ਆ ਨਾਲ ਹੀ ਬਿਲਕੁਲ ਕੰਧ ਦੇ ਨਾਲ ਕੰਧ ਸਾਂਝੀ ਆ ਗੁਰਦੁਆਰਾ ਡੇਰਾ ਸਾਹਿਬ ਆ, ਗੁਰੂ ਨਾਨਕ ਸਾਹਿਬ ਦੇ ਸਹੁਰਿਆਂ ਦਾ ਘਰ। ਮਹਾਰਾਜਾ ਸ਼ੇਰ ਸਿੰਘ ਨੇ ਉਸ ਗੁਰਦੁਆਰੇ ਦੀ ਸੇਵਾ ਵੀ ਕਰਾਈ ਸੀ। ਸੋ ਅਕਸਰ ਹੀ ਮਹਾਰਾਜਾ ਸ਼ੇਰ ਸਿੰਘ ਜਦੋਂ ਮੱਥਾ ਟੇਕਣ ਆਉਂਦੇ ਸੀ ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਹੀ ਆ ਬਿਲਕੁਲ, ਤੇ ਇੱਥੇ ਇਸ ਕੋਠੀ ਦੇ ਵਿੱਚ ਵੀ ਆਉਂਦੇ ਸੀ। ਮੰਨਿਆ ਤੇ ਇਹ ਵੀ ਜਾਂਦਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਬਟਾਲੇ ਆਉਂਦੇ ਰਹੇ ਤੇ ਉਹ ਇਸ ਕੋਠੀ 'ਚ ਵੀ ਆਪਣੇ ਚਰਨ ਪਾਉਂਦੇ ਰਹੇ। ਕੀ ਬਾਤ ਹੈ ਜੀ। ਸੋ ਬਿਲਕੁਲ ਜੀ, ਇਤਿਹਾਸ ਬੜਾ ਵਿਸ਼ਾਲ ਹੈ। ਸੋ ਇਹ ਜਿਹੜੀਆਂ ਚੀਜ਼ਾਂ ਸਾਂਭਣੀਆਂ ਬੇਹੱਦ ਜ਼ਰੂਰੀ ਹੋ ਜਾਂਦੀਆਂ ਨੇ। ਹੁਣ ਗੱਲ ਕਰ ਲੈਣੇ ਇਹਨਾਂ ਦੇ ਵਾਰਸਾਂ ਦੀ। ਇਸ ਕਿਹਾ ਜਾਂਦਾ ਕਿ ਹਾਲੇ ਇਸ ਕੋਠੀ ਦੇ ਵਾਰਸ ਤਾਂ ਹੈ ਪਰ ਇਹਨੂੰ ਛੱਡ ਖਾਲੀ ਗਏ, ਲਵਾਰਸਾਂ ਵਾਂਗੂ ਛੱਡ ਗਏ ਨੇ। ਬਿਲਕੁਲ ਜੀ, ਹੁਣ ਖੁੰਡਾ ਪਰਿਵਾਰ ਦੇ ਪਿੰਡ ਖੁੰਡਾ ਵਿੱਚ ਵੀ ਇੱਕ ਬਹੁਤ ਵੱਡਾ ਉਹਨਾਂ ਦੀ ਉੱਥੇ ਅਦਾਲਤ ਵੀ ਸੀ। ਉਹ ਅਜੇ ਵੀ ਉੱਥੇ ਵੀ ਪਰਿਵਾਰ ਰਹਿੰਦਾ ਤੇ ਕੁਝ ਬਟਾਲੇ ਦੇ ਸ਼ਹਿਰ ਦੇ ਬਾਹਰ ਜਿਹੜੇ ਪਹਿਲੋਂ ਇੱਥੇ ਪਰਿਵਾਰ ਰਹਿੰਦਾ ਉਹਨਾਂ ਨਵੀਂ ਕੋਠੀ ਬਣਾ ਲਈ, ਉੱਥੇ ਰਹਿਣ ਲੱਗ ਪਿਆ। ਸੋ ਇਹ ਕੋਠੀ ਜਦੋਂ ਤੱਕ ਤਾਂ ਰਹਿੰਦੇ ਠੀਕ ਹੀ, ਪਰ ਕਿਤੇ ਨਾ ਕਿਤੇ ਕੋਈ ਵੰਡ ਦਾ ਅੱਗੇ ਭਰਾਵਾਂ ਦਾ ਵੀ ਚੱਕਰ ਪੈ ਜਾਂਦਾ ਜਾਂ ਕੋਈ ਐਵੇਂ ਦਾ ਕੋਈ ਹੋਇਆ, ਕਿਉਂਕਿ ਇਹਦੇ ਵੱਲ ਫਿਰ ਧਿਆਨ ਨਹੀਂ ਦਿੱਤਾ ਕਿਸੇ ਨੇ। ਤੇ ਜਿਹੜੇ ਹੁਣ ਇੱਥੇ ਘਰ 'ਚ ਰਹਿ ਰਹੇ ਨੇ ਕੁਝ ਜਿਹੜੇ ਸ਼ਖਸ ਰਹਿ ਰਹੇ ਉਹਨਾਂ ਦੇ ਆਪਣੇ ਜਾਣਕਾਰੀ ਹੈ, ਉਹ ਦੱਸਦੇ ਨੇ ਕਿ 3-4 ਸਾਲ ਪਹਿਲੋਂ ਤੱਕ ਵੀ ਇਹ ਠੀਕ ਸੀ। ਇੱਕ ਵਾਰ ਬਰਸਾਤ ਜ਼ਿਆਦਾ ਹੋਈ, ਇੱਕ ਛੱਤ ਜਦੋਂ ਥੱਲੇ ਡਿੱਗਦੀ ਆ ਤੇ ਫਿਰ ਉਹ ਦੂਜੀਆਂ ਛੱਤਾਂ ਨੂੰ ਨੁਕਸਾਨ ਹੋ ਗਿਆ। ਸੋ ਵਾਰਸ ਤਾਂ ਹੈ ਵਾ, ਪਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਜੀ ਇਹਦੇ ਵੱਲ। ਬਿਲਕੁਲ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਵਾਰਸ ਤਾਂ ਹੈਗੇ ਆ, ਪਰ ਜੇਕਰ ਹੁਣ ਗੱਲ ਕੀਤੀ ਜਾਵੇ ਰਾਈਟ ਨਾ ਉਹ ਕਿੱਥੇ ਰਹਿ ਰਹੇ ਨੇ? ਬਟਾਲਾ ਸ਼ਹਿਰ ਦੇ ਵਿੱਚ ਜਾਂ ਫਿਰ ਕਿਤੇ ਹੋਰ ਰਹਿੰਦੇ ਨੇ? ਬਟਾਲਾ ਸ਼ਹਿਰ ਦੇ ਵਿੱਚ ਵੀ ਆ ਜੀ, ਥੋੜ੍ਹਾ ਬਟਾਲੇ ਸ਼ਹਿਰ ਤੋਂ ਬਾਹਰ ਉਹਨਾਂ ਨੇ, ਕਿਉਂਕਿ ਜ਼ਮੀਨ ਉਹਨਾਂ ਤਾਂ ਮੈਂ ਦੱਸਿਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਬਾਅਦ 'ਚ ਫਿਰ ਅੰਗਰੇਜ਼ ਟਾਈਮ ਵੀ ਉਹਨਾਂ ਦੀ ਜਗੀਰ ਜਿਹੜੀ ਕਾਇਮ ਰਹਿੰਦੀ ਆ। ਸੋ ਬਟਾਲੇ ਦੇ ਨਾਲ ਹੀ ਆ ਬਿਲਕੁਲ ਉਮਰਪੁਰਾ, ਉੱਥੇ ਉਹਨਾਂ ਦੀ ਰਿਹਾਇਸ਼ ਆ। ਤੇ ਕੁਝ ਪਰਿਵਾਰ ਇਹਨਾਂ ਦਾ ਪਿੰਡ ਖੁੰਡਾ 'ਚ ਰਹਿੰਦਾ ਜੀ। ਸੋ ਇਸ ਕੋਠੀ ਨੂੰ ਤਿਆਰ ਹੋਏ ਨੂੰ ਕਿੰਨੇ ਸਾਲ ਹੋ ਚੁੱਕੇ ਨੇ? ਇਹ 200 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ। 1800 ਜਿਹੜਾ ਸੰਨ ਆ ਉਹਦੇ ਸ਼ੁਰੂਆਤ ਵਿੱਚ ਇਹ ਕੋਠੀ ਬਣਦੀ ਹੈ, ਜਦੋਂ ਸਿੱਖ ਰਾਜ ਕਾਇਮ ਹੁੰਦਾ ਵਾ ਮਹਾਰਾਜਾ ਰਣਜੀਤ ਸਿੰਘ ਦਾ, ਉਹ ਸਮੇਂ ਦੀ ਇਹ ਕੋਠੀ ਆ। ਤੇ ਹੁਣ 2020 ਹੋ ਗਿਆ, ਤੁਸੀਂ ਕਹਿ ਸਕਦੇ 220 ਸਾਲ ਜਾਂ 210 ਸਾਲ ਇੱਥੇ ਜੇ ਇਹਦਾ ਸਮਾਂ ਜੀ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਉਸ ਤੋਂ ਬਾਅਦ ਵਾਰਸਾਂ ਦੀ, ਉਹ ਵੀ ਇੱਥੇ ਨਹੀਂ ਆਉਂਦੇ ਹੈਗੇ। ਹਾਲਾਂਕਿ ਇੱਥੋਂ ਦੇ ਰਹਿਣ ਵਾਲੇ ਜ਼ਰੂਰ ਨੇ, ਪਰ ਅੱਜ ਵੀ ਇਸ ਨੂੰ ਲਵਾਰੇ ਛੱਡਿਆ ਹੋਇਆ ਪਏ। ਤੇ ਸਾਡੇ ਹੀ ਤਰਾਸਦੀ ਹੈ, ਸਾਡੇ ਅੱਜ ਦੇ ਪੰਜਾਬ ਦੀ ਕਹਿ ਲਈਏ ਜਾਂ ਅੱਜ ਦੇ ਲੋਕਾਂ ਦੀ ਕਹਿ ਲਈਏ, ਸਾਡੇ ਦੇਸ਼ ਦੀ ਤਰਾਸਦੀ ਹੈ ਕਿ ਇੰਨਾ ਵੱਡਾ ਸਾਡਾ ਵਿਰਸਾ ਹੈ, ਵਿਸ਼ਾਲ ਵਿਰਸਾ ਹੈ, ਇੰਨੀ ਵੱਡੀ ਵਿਰਾਸਤ ਹੈ ਮਹਾਰਾਜਾ ਰਣਜੀਤ ਸਿੰਘ ਹੋਣਾ ਦੀ। ਉਸ ਤੋਂ ਬਾਅਦ ਉਹਨਾਂ ਦੇ ਜਰਨੈਲ ਆ ਕੇ ਇੱਥੇ ਰਹਿੰਦੇ ਰਹੇ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਸ਼ਾਹੀ ਮਹਲ ਦਿਖਾਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ, ਜੋ ਕਿ ਖੰਡਰ ਬਣਦਾ ਜਾ ਰਿਹਾ ਹੈ। ਬਟਾਲਾ ਸ਼ਹਿਰ ਦੇ ਵਿੱਚ ਇੱਕ ਨਹੀਂ ਦੋ ਨਹੀਂ, ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਵਿਰਾਸਤੀ ਚੀਜ਼ਾਂ ਨੇ ਜੋ ਤੁਹਾਨੂੰ ਦਿਖਾਉਣੀਆਂ ਹਾਲੇ ਬਾਕੀ ਨੇ। ਪਰ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ ਜਿੱਥੇ ਜੈਮਲ ਸਿੰਘ ਹੁਣੀ ਵੀ ਰਹਿੰਦੇ ਹੁੰਦੇ ਸਨ। ਪ੍ਰੇਮ ਸਿੰਘ ਖੁੰਡੇਵਾਲਾ ਦੀ ਉਹ ਕੋਠੀ ਸੀ ਜਿੱਥੇ ਮਹਾਰਾਣੀ ਸਦਾ ਕੌਰ ਦਾ ਆਉਣਾ ਜਾਣਾ ਸੀ, ਮਹਾਰਾਜਾ ਰਣਜੀਤ ਸਿੰਘ ਦਾ ਇੱਥੇ ਆਉਣਾ ਜਾਣਾ ਸੀ। ਉਸ ਤੋਂ ਬਾਅਦ ਹੋਰ ਕੌਣ ਕੌਣ ਰਹਿੰਦਾ ਸੀ ਇੱਥੇ ਆ ਕੇ? ਸਿੱਖ ਰਾਜ ਦੇ ਸਮੇਂ ਜੀ, ਜਿਵੇਂ ਪਹਿਲਾਂ ਦੱਸਿਆ ਕਿ ਰਾਣੀ ਸਦਾ ਕੌਰ ਜੀ ਤੇ ਮਹਾਰਾਜਾ ਸ਼ੇਰ ਸਿੰਘ ਜੀ ਜਿਹੜੇ ਕਿ ਡਾਇਰੈਕਟ ਇੱਥੇ ਬਟਾਲੇ ਤੇ ਰਾਜ ਕਰਦੇ ਰਹੇ ਆ। ਸੋ ਉਹਨਾਂ ਦਾ ਤਾਂ ਇੱਥੇ ਅਕਸਰ ਹੀ ਆਉਣਾ ਜਾਣਾ ਸੀ। ਇੱਥੇ ਕਈ ਰਾਜਨੀਤਿਕ ਵਿਉਂਤਬੰਦੀਆਂ ਵੀ ਇਸ ਕੋਠੀ ਦੇ ਵਿੱਚ ਹੁੰਦੀਆਂ ਰਹੀਆਂ। ਸੋ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਸੀ ਇੱਥੇ ਬਟਾਲੇ, ਤੇ ਉਹ ਜਦੋਂ ਕਦੀ ਬਟਾਲੇ ਆਉਂਦੇ ਸੀ ਤੇ ਉਹ ਜਿਵੇਂ ਕਿ ਇਹ ਕੁਝ ਖਾਸ ਅੱਡੇ ਸੀ ਜਿਹੜੇ ਸਿੱਖ ਸਿਆਸਤ ਦੇ ਜਾਂ ਸਿੱਖ ਰਾਜ ਦੇ। ਸੋ ਜਿੱਥੇ ਇੱਕ ਸਦਾ ਕੌਰ ਦੀ ਕੋਠੀ ਸੀ ਉੱਥੇ, ਉਸ ਤੋਂ ਬਾਅਦ ਇਹ ਖੁੰਡੇ ਵਾਲਿਆਂ ਦੀ ਕੋਠੀ ਸੀ। ਸੋ ਇੱਥੇ ਅਕਸਰ ਹੀ ਅਸੀਂ ਕਹਿ ਸਕਦੇ ਵੱਡੀਆਂ ਹਸਤੀਆਂ ਜਿਹੜੀਆਂ ਸਿੱਖ ਰਾਜ ਦੀਆਂ ਸੀ ਉਹਨਾਂ ਦਾ ਆਉਣਾ ਜਾਣਾ ਇੱਥੇ ਬਣਿਆ ਰਹਿੰਦਾ। ਜੇਕਰ ਇਹਨਾਂ ਦੀ ਬਨਾਵਟੀ ਦੀ ਗੱਲ ਕੀਤੀ ਜਾਵੇ, ਇਹਨੂੰ ਕਿਹਨਾਂ ਨੇ, ਕਿਸ ਆਰਕੀਟੈਕਟ ਨੇ ਜਿਹੜਾ ਤਿਆਰ ਕੀਤਾ ਸੀ? ਇਹ ਜੀ ਆਪਾਂ ਕਹਿ ਸਕਦੇ ਹਾਂ ਸਿੱਖ ਭਵਨ ਨਿਰਮਾਣ ਕਲਾ। ਜਦੋਂ ਸਿੱਖ ਰਾਜ ਕਾਇਮ ਹੁੰਦਾ ਤੇ ਉਦੋਂ ਸਾਡੇ ਸਿੱਖ ਕੌਮ ਦੇ ਜਿਹੜੇ ਮਹਾਰਾਜੇ ਸੀ ਉਹਨਾਂ ਨੇ ਵੀ ਸੋਚਿਆ ਵੀ ਆਪਣੀ ਬੁਲੰਦੀ, ਆਪਣੀ ਸ਼ਾਨ ਨੂੰ, ਖਾਲਸਾ ਰਾਜ ਦੀ ਸ਼ਾਨ ਨੂੰ ਦਿਖਾਉਣ ਲਈ ਇਹੋ ਜਿਹੇ ਮਹਿਲ ਜਾਂ ਕੋਠੀਆਂ ਬਣਾਈਆਂ ਜਾਣ। ਸੋ ਇਹ ਜਿਹੜੀ ਇਹਦੀ ਇਮਾਰਤ ਸਾਜੀ ਆ,
ਇਹ ਸਿੱਖ ਆਰਕੀਟੈਕਟ ਜਿਹੜਾ ਸਾਡਾ ਇੱਕ ਝਲਕਾਰਾ ਪੈਂਦਾ ਜਿਵੇਂ ਗੁਰਦੁਆਰਿਆਂ ਦੇ ਗੁੰਬਦ ਜਾਂ ਉਵੇਂ ਦਾ ਸਟਾਈਲ ਤੁਹਾਨੂੰ ਅਸੀਂ ਵਿਖਾਵਾਂਗੇ। ਉੱਪਰ ਸਭ ਤੋਂ ਟੌਪ ਤੇ ਇੱਕ ਦੀਵਾਰ ਤੇ ਕੰਧ ਚਿੱਤਰ ਬਣਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਉਹ ਸਮੇਂ ਦਾ ਹੀ ਆ। ਸੋ ਇਹ ਅਸੀਂ ਕਹਿ ਸਕਦੇ ਹਾਂ ਵੀ ਇਹ ਜਿਹੜੇ ਇੱਥੇ ਰਹਿੰਦੇ ਰਹੇ ਆ ਉਹਨਾਂ ਦਾ ਗੁਰੂ ਘਰ ਪ੍ਰਤੀ ਜਾਂ ਗੁਰੂ ਨਾਨਕ ਸਾਹਿਬ ਪ੍ਰਤੀ, ਸਿੱਖ ਕੌਮ ਪ੍ਰਤੀ ਬੜਾ ਉਹਨਾਂ ਦਾ ਮੋਹ, ਸ਼ਰਧਾ, ਉਤਸ਼ਾਹ ਰਿਹਾ ਜੀ। ਸੋ ਜੇਕਰ ਹੁਣ ਗੱਲ ਕਰ ਲਈ ਜਾਵੇ, ਅਸੀਂ ਦੇਖ ਰਹੇ ਸੀ ਕਿ ਜਿੱਦਾਂ ਮੋਰਚੇ ਲੱਗਦੇ ਹੁੰਦੇ ਸੀ ਜਦੋਂ ਲੜਾਈਆਂ ਜੰਗ ਯੁੱਧ ਹੁੰਦੇ ਸੀ, ਹੈ ਨਾ। ਸੋ ਉਹ ਅੱਜ ਮੋਰਚਿਆਂ ਵਾਲੀਆਂ ਚੀਜ਼ਾਂ ਵੀ ਬਣਾਈਆਂ ਗਈਆਂ ਨੇ ਇੱਥੇ। ਇਹ ਜਿਹੜੀ ਕੋਠੀ ਸੀ ਇਹ ਇਕੱਲੀ ਰਿਹਾਇਸ਼ ਨਹੀਂ ਸੀ, ਇਹ ਇੱਕ ਜੰਗੀ ਨੁਕਤਾ ਨਿਗਾਹ ਤੋਂ ਵੀ ਇੱਕ ਵਧੀਆ ਉਹਨਾਂ ਨੇ ਬਣਾਇਆ ਸੀ। ਤੁਸੀਂ ਦੇਖ ਸਕਦੇ ਜਿਹੜਾ ਗੋਲ ਟਾਵਰ ਆ ਜਿਹੜਾ ਉਹ ਬਹੁਤ ਉੱਚਾ, ਜਦੋਂ ਉਹਦੇ ਉੱਪਰ ਚੜ੍ਹ ਜਾਂਦੇ ਸਾਨੂੰ ਬਟਾਲਾ ਸ਼ਹਿਰ ਹੀ ਨਹੀਂ ਆਲੇ ਦੁਆਲੇ ਕਈ ਕਿਲੋਮੀਟਰ ਤੱਕ ਦਾ ਏਰੀਆ ਸਾਨੂੰ ਦਿਖਦਾ ਵਾ। ਅਤੇ ਇਸ ਤੋਂ ਇਲਾਵਾ ਉਹਦੇ ਵਿੱਚ ਗੋਲੀਆਂ ਚਲਾਉਣ ਲਈ ਮੋਰਚੇ ਬਣਾਏ ਨੇ ਜਾਂ ਤੀਰ ਕਮਾਨ ਚਲਾਉਣ ਲਈ। ਇਸ ਤੋਂ ਇਲਾਵਾ ਇਹਦੇ ਇੱਕ ਥੱਲੇ ਇਹਦੇ ਇੱਕ ਤਹਿਖਾਨਾ ਵੀ ਬਣਿਆ, ਉਹਨਾਂ ਨੇ ਇਹ ਕਰਕੇ ਵੀ ਕਿ ਘੇਰਾ ਪੈ ਜਾਂਦਾ ਮੰਨ ਲਓ, ਅਤੇ ਫਿਰ ਇੱਥੋਂ ਬਾਹਰ ਜਾਣ ਦਾ ਇੱਕ ਅੰਡਰਗਰਾਊਂਡ ਰਸਤਾ ਵੀ ਹੈਗਾ ਸੀ। ਸੋ ਇਹ ਇੱਕ ਫੌਜੀ ਨੁਕਤਾ ਨਿਗਾਹ ਤੋਂ ਕਿਲਾ ਟਾਈਪ ਉਹਨਾਂ ਨੇ ਬਣਾਈ ਸੀ ਅਤੇ ਵਧੀਆ ਜੀ। ਬਿਲਕੁਲ ਜੀ, ਇੱਕ ਵਾਰ ਫਿਰ ਤੋਂ ਦੱਸਣਾ ਜ਼ਰੂਰ ਤੁਹਾਨੂੰ ਚਾਹਾਂਗੇ ਕਿ ਜਿਸ ਉਹ ਵੇਲਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਵੀ ਕਈ ਮਿਸਲਾਂ ਦੇ ਜਿਹੜੀਆਂ ਉਹਨਾਂ ਨੇ ਕਾਇਮ ਕੀਤੀਆਂ ਸਨ, ਬਹੁਤ ਸਾਰੀਆਂ ਮਿਸਲਾਂ ਇੱਥੇ ਹੁੰਦੀਆਂ ਸਨ, ਅਤੇ ਉਸ ਤੋਂ ਬਾਅਦ ਜਿਹੜਾ ਇਸ ਪੰਜਾਬ 'ਤੇ ਰਾਜ ਕਰਨ ਦੇ ਲਈ ਬਹੁਤ ਸਾਰੇ ਲੋਕ ਆਏ, ਪਰ ਇਹ ਪੰਜਾਬ 'ਤੇ ਰਾਜ ਸਿਰਫ ਖਾਲਸਾ ਫੌਜਾਂ ਹੀ ਕਰ ਸਕੀਆਂ ਨੇ। ਉਹਨਾਂ ਨੇ ਹੀ ਜਿਹੜਾ ਆ ਇਸ ਪੰਜਾਬ ਨੂੰ ਜਿਹੜਾ ਬਚਾ ਲਿਆ, ਅੰਗਰੇਜ਼ਾਂ ਦੇ ਹੱਥੇ ਵੀ ਜਿਹੜਾ ਸਾਡਾ ਪੰਜਾਬ ਨਹੀਂ ਚੜ੍ਹ ਪਾਇਆ। ਅਤੇ ਜੇਕਰ ਗੱਲ ਕੀਤੀ ਜਾਵੇ ਇੱਥੇ ਜਿੰਨੀਆਂ ਵੀ ਹੁਣ ਤੱਕ ਰਿਆਸਤਾਂ ਬਣੀਆਂ ਹੋਈਆਂ ਨੇ, ਭਾਵੇਂ ਰਾਜਿਆਂ ਦੀਆਂ, ਮਹਾਰਾਜਿਆਂ ਦੀਆਂ, ਤਾਂ ਉਹਨਾਂ ਨੂੰ ਜਦੋਂ ਵੀ ਬਣਾਇਆ ਗਿਆ ਇਸ ਤਰੀਕੇ ਦੇ ਨਾਲ ਉਹਦੀ ਵਿਉਂਤਬੰਦੀ ਕੀਤੀ ਗਈ ਉਸਾਰੀ ਦੀ ਕਿ ਜਦੋਂ ਵੀ ਕੋਈ ਇੱਥੇ ਹਮਲਾ ਹੁੰਦਾ ਹੈ ਤਾਂ ਬਾਹਰ ਨਿਕਲਣ ਦੇ ਕਿੰਨੇ ਰਸਤੇ ਹੋਣਗੇ, ਵੀ ਤੁਹਾਨੂੰ ਅਸੀਂ ਤਸਵੀਰਾਂ ਰਾਹੀਂ ਦਿਖਾ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਆ ਇਹਦੇ 'ਚ ਇੱਕ ਗੁਪਤ ਜਿਹੜਾ ਦਰਵਾਜ਼ਾ ਸੀ ਉਹ ਵੀ ਬਣਾਇਆ ਗਿਆ ਸੀ ਕਿ ਜੇਕਰ ਅਚਨਚੇਤ ਕੋਈ ਹਮਲਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਕਿਸ ਤਰ੍ਹਾਂ ਇੱਥੋਂ ਬਾਹਰ ਨਿਕਲਣਾ ਹੈ। ਅਤੇ ਇਸ ਦੇ ਨਾਲ ਜਿਹੜੇ ਤੁਸੀਂ ਗੋਲ ਮੋਰੀਆਂ ਦੇਖ ਰਹੇ ਹੋ, ਇਹਨੂੰ ਅੱਜ ਦੇ ਟਾਈਮ 'ਤੇ ਅਸੀਂ ਮੋਰੀਆਂ ਬੋਲ ਦਿੰਦੇ ਹਾਂ, ਪਰ ਇਹਨੂੰ ਮੋਰਚੇ ਕਿਹਾ ਜਾਂਦਾ ਹੈ। ਇਹਨਾਂ ਮੋਰਚਿਆਂ ਦੇ ਵਿੱਚ ਜਦੋਂ ਵੀ ਕੋਈ ਹਮਲਾ ਹੁੰਦਾ ਸੀ ਤਾਂ ਰੱਸਿਆਂ ਦੇ ਨਾਲ ਜਿਹੜੇ ਉਹ ਡੰਡੇ ਲੱਗੇ ਹੁੰਦੇ, ਸਾਨੂੰ ਕੁਛ ਪਤਾ ਤਾਂ ਨਹੀਂ ਉਹਨੂੰ ਕੀ ਕਿਹਾ ਜਾਂਦਾ ਹੈ, ਪਰ ਰੱਸਿਆਂ ਦੇ ਨਾਲ ਜਿਹੜਾ ਉਹ ਬੰਨ੍ਹ ਕੇ ਜਿਹੜੇ ਫੌਜਾਂ ਸਨ ਉੱਪਰ ਨੂੰ ਕੰਧਾਂ 'ਤੇ ਚੜ੍ਹ ਜਾਂਦੀਆਂ ਸਨ, ਕਿਉਂਕਿ ਉਸ ਟਾਈਮ 'ਤੇ ਇੰਨੀਆਂ ਪੌੜੀਆਂ ਨਹੀਂ ਹੁੰਦੀਆਂ ਸਨ, ਅਤੇ ਜੇਕਰ ਨਾ ਪੌੜੀਆਂ ਹੋਣ ਦੇ ਕਰਕੇ ਉਹ ਰੱਸਿਆਂ ਦੇ ਨਾਲ ਲਮਕ ਕੇ ਸਭ ਤੋਂ ਉੱਚਾਈ 'ਤੇ ਜਿਹੜਾ ਪਹੁੰਚ ਜਾਂਦੇ ਸੀ। ਅਤੇ ਇਸ ਦੇ ਨਾਲ ਜੇਕਰ ਇਸ ਗੋਲ ਕੋਠੀ ਦੀ ਗੱਲ ਕੀਤੀ ਜਾਵੇ, ਉਸ ਵੇਲੇ ਇਹ ਬਟਾਲਾ ਸ਼ਹਿਰ ਦੀ ਸਭ ਤੋਂ ਉੱਚੀ ਸੀ ਅਤੇ ਆਲੇ ਦੁਆਲੇ ਪੂਰਾ ਸ਼ਹਿਰ ਜਿਹੜਾ ਸੀ ਨਜ਼ਰ ਆਉਂਦਾ ਸੀ। ਹੁਣ ਵੀ ਅਸੀਂ ਦੇਖ ਰਹੇ ਸੀ ਉੱਪਰੋਂ ਅਤੇ ਸਾਰਾ ਸ਼ਹਿਰ ਹੀ ਜਿਹੜਾ ਉੱਥੋਂ ਨਜ਼ਰ ਆ ਰਿਹਾ ਹੈ ਨਾ। ਸੋ ਇਸ ਇੱਕ ਵਿਉਂਤਬੰਦੀ ਤਾਂ ਇਹੀ ਕੀਤੀ ਗਈ ਕਿ ਜੇਕਰ ਕੋਈ ਹਮਲਾ ਹੁੰਦਾ ਜਾਂ ਕੋਈ ਫੌਜਾਂ ਚੜ੍ਹਾਈ ਕਰਕੇ ਆ ਰਹੀਆਂ ਨੇ ਤਾਂ ਉਹਨਾਂ ਬਾਰੇ ਜਿਹੜਾ ਪਹਿਲਾਂ ਹੀ ਪਤਾ ਲੱਗ ਜਾਵੇ। ਬਿਲਕੁਲ ਜੀ, ਇਹ ਵਿਉਂਤਬੰਦੀ ਸੀ ਉਹਨਾਂ ਦੀ ਕਿ ਇੱਕ ਜਿਵੇਂ ਆਬਜ਼ਰਵੇਸ਼ਨ ਟਾਵਰ ਨੂੰ ਕਹਿ ਸਕਦੇ ਹਾਂ ਕਿ ਇੱਕ ਉੱਤੇ ਪਹਿਰੇਦਾਰ ਹਮੇਸ਼ਾ ਖੜੇ ਰਹਿੰਦੇ ਹੋਣਗੇ। ਅੱਜ ਦੇ ਯੁੱਗ 'ਚ ਹਾਲਾਂਕਿ ਬਹੁਤ ਉੱਚੀਆਂ ਬਹੁ ਇਮਾਰਤੀ ਕੋਠੀਆਂ ਪੈਣ ਲੱਗ ਪਈਆਂ, ਹੁਣ ਬਟਾਲੇ ਸ਼ਹਿਰ ਦੇ ਵਿੱਚ ਵੀ ਆ, ਉਹਦੇ ਬਾਵਜੂਦ ਵੀ ਇਹ ਕੋਠੀ ਅਜੇ ਵੀ ਉੱਚੀ ਆ ਅਤੇ ਸਾਨੂੰ ਆਲਾ ਦੁਆਲਾ ਬਟਾਲਾ ਸ਼ਹਿਰ ਹੀ ਨਹੀਂ ਕਈ ਕਿਲੋਮੀਟਰ ਤੱਕ ਬਾਹਰ ਵੀ ਦਿਸਦਾ ਵਾ। ਸੋ ਇਹ ਇੱਕ ਹਿਸਾਬ ਨਾਲ ਜਿਹੜਾ ਬਟਾਲਾ ਸ਼ਹਿਰ ਦੇ ਆਲੇ ਦੁਆਲੇ ਦਰਵਾਜ਼ੇ ਸੀ, 12 ਦਰਵਾਜ਼ੇ ਸੀ, ਇਹ ਸ਼ਹਿਰ ਦੇ ਬਿਲਕੁਲ ਵਿੱਚੋਂ ਵਿੱਚ ਕੋਠੀ ਸਥਿਤ ਆ। ਸੋ ਇਹ ਇੱਕ ਹਿਸਾਬ ਨਾਲ ਕਿਲੇ ਦਾ ਕੰਮ ਕਰਦੀ ਸੀ, ਉੱਤੋਂ ਸਾਰਾ ਪਤਾ ਪਹਿਲੋਂ ਲੱਗ ਜਾਂਦਾ ਸੀ ਕਿ ਕੋਈ ਦੁਸ਼ਮਣ ਤਾਂ ਨਹੀਂ ਆ ਰਿਹਾ। ਪਰ ਮੈਂ ਇਹ ਗੱਲ ਇੱਥੇ ਫਖਰ ਨਾਲ ਵੀ ਕਹਿੰਦੇ ਆ ਵੀ ਸਾਨੂੰ ਮਾਣ ਇਹ ਗੱਲ ਦਾ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਬਟਾਲੇ ਸ਼ਹਿਰ ਦੇ ਵਿੱਚ ਕਦੀ ਕੋਈ ਹਮਲਾ ਨਹੀਂ ਹੋਇਆ। ਉਹਨਾਂ ਦਾ ਰਾਜ ਹੀ ਇੰਨਾ ਜ਼ਬਰਦਸਤ ਸੀ ਕਿ ਤੁਹਾਨੂੰ ਪਿੱਛੇ ਵੀ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਲਟੀ ਗੰਗਾ ਵਹਾਤੀ। ਪਹਿਲੋਂ ਅਫਗਾਨ ਇੱਧਰ ਨੂੰ ਹਮਲਾ ਕਰਦੇ ਸੀ, ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਾਂ ਦੇ ਹਮਲੇ ਰੋਕੇ ਹੀ ਨਹੀਂ, ਸਗੋਂ ਇੱਧਰੋਂ ਉੱਧਰ ਨੂੰ ਹਮਲੇ ਹੋਣ ਲੱਗ ਪਏ। ਸੋ ਇੱਥੋਂ ਇੱਕ ਹੋਰ ਤੁਹਾਨੂੰ ਦੱਸਦਾ ਕਿ ਜਦੋਂ ਮਹਾਰਾਜਾ ਸ਼ੇਰ ਸਿੰਘ ਬਟਾਲੇ ਆਉਂਦੇ ਆ, ਉਹ ਸਮੇਂ ਖਾਲਸਾ ਰਾਜ ਸਰਕਾਰੇ ਖਾਲਸਾ ਇੰਨੀ ਸਥਾਪਿਤ ਹੋ ਚੁੱਕੀ ਹੁੰਦੀ ਆ ਕਿ ਕਿਸੇ ਬਾਹਰੀ ਹਮਲੇ ਦਾ ਕੋਈ ਡਰ ਨਹੀਂ ਸੀ। ਮਹਾਰਾਜਾ ਸ਼ੇਰ ਸਿੰਘ ਨੇ ਸ਼ਹਿਰ ਤੋਂ 1 ਕਿਲੋਮੀਟਰ ਬਾਹਰ ਜਾ ਕੇ ਆਪਣਾ ਮਹੱਲ ਬਣਾਇਆ ਸੀ ਅਤੇ ਬੜੀ ਸ਼ਾਨ ਦੇ ਨਾਲ ਉੱਥੇ ਉਹ ਰਹਿੰਦੇ ਰਹੇ ਨੇ। ਤੇ ਇੱਥੇ ਮਹਾਰਾਜਾ ਸ਼ੇਰ ਸਿੰਘ ਹੋਣਾ ਦਾ ਵੀ ਮਹਿਲ ਮੌਜੂਦ ਹੈ। ਬਿਲਕੁਲ ਜੀ, ਇੱਥੇ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਹੈ ਵਾ, ਉਹਨਾਂ ਦੀ ਇੱਕ ਤਲਾਅ ਦੇ ਵਿੱਚ ਬਣਾਈ 12 ਦਰੀ ਵੀ ਮੌਜੂਦ ਆ। ਸੋ ਇਹ ਹੁਣ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤੇ ਰਾਣੀ ਸਦਾ ਕੌਰ ਦਾ ਮਹੱਲ ਬਿਲਕੁਲ ਢਹਿ ਚੁੱਕਾ ਵਾ।
ਇੱਕ ਆ ਕੋਠੀ ਦੇ ਥੋੜੇ ਖੰਡਰ ਖੜੇ ਨੇ, ਜਾਂ ਮਹਾਰਾਜ ਸ਼ੇਰ ਸਿੰਘ ਦਾ ਮਹੱਲ ਅਜੇ ਹੈਗਾ ਵਾ ਠੀਕ ਹਾਲਤ 'ਚ ਆ, ਜਾਂ ਬਾਰਾਂਦਰੀ ਹੈਗੀ ਆ। ਇਹ ਕੁਝ ਕੁ ਨਿਸ਼ਾਨੀਆਂ ਨੇ ਜਿਹੜੀਆਂ ਸਰਕਾਰੇ ਖਾਲਸਾ ਦੀਆਂ ਸਾਡੇ ਕੋਲ ਬਚੀਆਂ ਰਹਿ ਗਈਆਂ ਨੇ। ਸੋ ਬਿਲਕੁਲ ਜੀ, ਇਸ ਤੋਂ ਬਾਅਦ ਅਸੀਂ ਮਹਾਰਾਣੀ ਹੁਣ ਸਦਾ ਕੌਰ ਦੇ ਜਿਹੜਾ ਆ ਉਹ ਘਰ ਤੁਹਾਨੂੰ ਦਿਖਾਵਾਂਗੇ, ਉਹ ਮਹਿਲ ਦਿਖਾਵਾਂਗੇ ਜੋ ਬਿਲਕੁਲ ਇਸ ਵੇਲੇ ਜਿਹੜਾ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਆਓ ਫਿਰ ਹੁਣ ਅਸੀਂ ਮਹਾਰਾਣੀ ਸਦਾ ਕੌਰ ਦੇ ਉਸ ਦਰਵਾਜ਼ੇ ਤੇ ਚੱਲਦੇ ਹਾਂ ਜਿੱਥੇ ਅੱਜ ਉਹ ਤਾਹਾ ਮਾਰ ਕੇ ਰੋ ਰਿਹਾ ਹੈ ਕਿ ਮੈਨੂੰ ਸ਼ਾਇਦ ਬਚਾ ਲਿਆ ਹੁੰਦਾ ਤਾਂ ਮੈਂ ਅੱਜ ਬੜੀ ਸ਼ਾਨੋ ਸ਼ੌਕਤ ਨਾਲ ਇੱਥੇ ਖੜਾ ਹੋਣਾ ਸੀ। ਸੋ ਬਟਾਲੇ ਦੀਆਂ ਗਲੀਆਂ ਦੇ ਵਿੱਚੋਂ ਹੁੰਦੇ ਹੁੰਦੇ ਅਸੀਂ ਹੁਣ ਪਹੁੰਚੇ ਹਾਂ ਮਹਾਰਾਣੀ ਸਦਾ ਕੌਰ ਦੀ ਉਸ ਹਵੇਲੀ ਵਿੱਚ। ਇਹ ਉਹ ਹਵੇਲੀ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਇੱਥੇ ਬਰਾਤ ਆਉਂਦੀ ਹੈ। ਮਹਾਰਾਣੀ ਸਦਾ ਕੌਰ ਦੀ ਜਿਹੜੀ ਬੇਟੀ ਮਹਿਤਾਬ ਕੌਰ ਹੈ ਉਹਦੇ ਨਾਲ ਪਹਿਲਾ ਵਿਆਹ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਹੁੰਦਾ ਹੈ ਤੇ ਇਹ ਜਿਹੜੀ ਬਰਾਤ ਇੱਥੇ ਪਹੁੰਚਦੀ ਹੈ ਤੇ ਕਰੀਬ 7 ਦਿਨ ਬਰਾਤ ਇੱਥੇ ਰਹਿੰਦੀ ਹੈ। ਸੋ ਜੇਕਰ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਸਰਦਾਰਨੀ ਸਦਾ ਕੌਰ, ਜਿਹਨੂੰ ਮਹਾਰਾਣੀ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ, ਪੰਜਾਬ ਦੀ ਸਿੰਘਣੀ ਵੀ ਕਹਿੰਦੇ ਉਹਨਾਂ ਨੂੰ। ਸੋ ਸਦਾ ਕੌਰ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਾਉਣ ਦੇ ਵਿੱਚ। ਸੋ ਅੱਜ ਉਹਨਾਂ ਦੀ ਹਵੇਲੀ 'ਚ ਪਹੁੰਚੇ ਹੋਇਆ, ਕਿੱਥੇ ਪਹਿਲਾਂ ਵੱਡੀਆਂ ਵੱਡੀਆਂ ਹਵੇਲੀਆਂ ਸੀ, ਰੌਣਕਾਂ ਲੱਗਦੀਆਂ ਸੀ, ਇੱਥੇ ਲਾਹੌਰ ਤੇ ਕਬਜ਼ਾ ਕਰਨ ਦੀ ਵਿਉਂਤਬੰਦੀ ਹੁੰਦੀ ਹੈ। ਸਦਾ ਕੌਰ ਰਣਜੀਤ ਸਿੰਘ ਨੂੰ ਰਣਜੀਤ ਸਿੰਘ ਬਣਾਉਂਦੀ ਹੈ ਤੇ ਲਾਹੌਰ ਦੇ ਤਖਤ ਤੇ ਬਿਠਾਉਂਦੀ ਹੈ। ਸੋ ਵੱਡਾ ਹੱਥ ਸੀ ਸਦਾ ਕੌਰ ਦਾ ਮਹਾਰਾਜੇ ਨੂੰ ਮਹਾਰਾਜੇ ਦਾ ਖਿਤਾਬ ਦੇਣ ਦੇ ਲਈ। ਸੋ ਅੱਜ ਇੱਥੇ ਪਹੁੰਚੇ ਹੋਇਆ, ਇਤਿਹਾਸ ਬੜਾ ਵਿਸ਼ਾਲ ਹੈ ਪਰ ਤਰਾਸਦੀ ਵੀ ਦੱਸਦੇ ਚੱਲਦੇ ਹਾਂ ਕਿ ਦਿਲ ਵੀ ਉਦਾਸ ਹੋ ਜਾਂਦਾ ਹੈ। ਸੋ ਇੱਕ ਚੀਜ਼ ਵੀ ਉੱਠਦੀ ਸਾਡੇ ਦਿਲ ਦੇ ਵਿੱਚੋਂ, ਇਤਿਹਾਸ ਇੰਨਾ ਵੱਡਾ ਤੇ ਖੰਡਰ ਇੰਨਾ ਰਹਿ ਗਿਆ, ਹਵੇਲੀ ਇੰਨੀ ਰਹਿ ਗਈ, ਉਹ ਵੀ ਖੰਡਰ ਬਣ ਚੁੱਕੀ ਹੈ। ਸੋ ਇੱਕ ਦਰਵਾਜ਼ਾ ਹੀ ਬਚਿਆ ਹੈ ਤੇ ਜਾਂ ਸਿਰਫ ਇੱਕ ਇੱਥੇ ਅੰਦਰ ਕੁਛ ਵੀ ਨਹੀਂ ਆ, ਥੋੜੀਆਂ ਇੱਟਾਂ ਨੇ, ਗੰਦਗੀ ਹੈ, ਕੂੜਾ ਸਾਡੇ ਲਈ ਬਚ ਪਾਇਆ, ਇੱਥੇ ਹੋਰ ਕੁਛ ਵੀ ਨਹੀਂ ਹੈ। ਇਹ ਵਿਰਸਾ ਜਿਹੜਾ ਹੈ, ਇਤਿਹਾਸ ਹੈ, ਵਿਰਾਸਤ ਹੈ, ਸਾਡੀ ਤਰਾਸਦੀ ਇਹ ਰਹੀ ਕਿ ਇਸ ਨੂੰ ਅਸੀਂ ਸੰਭਾਲ ਹੀ ਨਹੀਂ ਪਾਏ। ਜ਼ਿਆਦਾ ਜਾਣਕਾਰੀ ਅਸੀਂ ਇੰਦਰਜੀਤ ਸਿੰਘ ਹੋਣਾ ਤੋਂ ਲਵਾਂਗੇ ਕਿਉਂਕਿ ਉਹਨਾਂ ਨੇ ਪੂਰੀ ਜਿਹੜੀ ਖੋਜ ਪੜਤਾਲ ਇਸ ਤੇ ਕੀਤੀ ਹੈ। ਇਤਿਹਾਸ ਦੇ ਵਿੱਚ ਮਹਾਰਾਣੀ ਸਦਾ ਕੌਰ ਦਾ ਵੱਡਾ ਨਾਮ ਆਉਂਦਾ ਹੈ। ਉਹਨਾਂ ਦਾ ਜਨਮ 1762 ਈਸਵੀ ਵਿੱਚ ਫਿਰੋਜ਼ਪੁਰ ਦੇ ਸਰਦਾਰ ਦਸੌਂਦਾ ਸਿੰਘ ਗਿੱਲ ਦੇ ਘਰ ਹੋਇਆ ਸੀ। ਜੇਕਰ ਉਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਜਿਹੜਾ ਇਹ ਪਿੰਡ ਰਾਊਕੇ ਸੀ ਤੇ ਉਹ ਰਾਊਕੇ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਆਉਂਦਾ ਸੀ, ਫਿਰ ਮੋਗਾ ਜ਼ਿਲ੍ਹਾ ਬਣਦਾ ਤੇ ਅੱਜ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਹੈ। ਸੋ ਤਗੜੇ ਸਰਦਾਰ ਸਨ ਦਸੌਂਦਾ ਸਿੰਘ ਗਿੱਲ ਹੋਣੀ ਤੇ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਕਿੱਦਾਂ ਹੁੰਦਾ ਹੈ, ਸਾਰੀ ਜਾਣਕਾਰੀ ਅਸੀਂ ਸਰਦਾਰ ਇੰਦਰਜੀਤ ਸਿੰਘ ਹੋਣਾ ਤੋਂ ਲਵਾਂਗੇ। ਸੋ ਸਭ ਤੋਂ ਪਹਿਲਾਂ ਜੇਕਰ ਹੁਣ ਅਸੀਂ ਉੱਥੋਂ ਗੱਲ ਕਰਦੇ ਅੱਜ ਹੁਣ ਇੱਥੇ ਪਹੁੰਚੇ ਹੋਏ ਆ, ਬੜਾ ਮਨ ਨਿਰਾਸ਼ ਹੋਇਆ ਇੰਨੀ ਕੁ ਸਿਰਫ ਚੀਜ਼ ਨੂੰ ਦੇਖ ਕੇ ਕਿਉਂਕਿ ਬਹੁਤ ਵੱਡੀ ਵਿਰਾਸਤ ਸੀ ਉਸ ਵੇਲੇ ਦੀ ਤੇ ਅੱਜ ਖੰਡਰ ਬਣ ਗਈ ਹੈ। ਸੋ ਹੁਣ ਗੱਲ ਕਰਦੇ ਹਾਂ ਕਿ ਮਹਾਰਾਣੀ ਸਦਾ ਕੌਰ ਦਾ ਵਿਆਹ ਕਿਹਨਾਂ ਦੇ ਨਾਲ ਹੁੰਦਾ ਹੈ, ਕਦੋਂ ਹੁੰਦਾ ਹੈ। ਜਿਵੇਂ ਤੁਸੀਂ ਦੱਸ ਚੁੱਕੇ ਜੇ ਕਿ ਮਹਾਰਾਣੀ ਰਾਣੀ ਸਦਾ ਕੌਰ ਦਾ ਜਨਮ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਾਊਕੇ 'ਚ ਹੁੰਦਾ ਵਾ। ਸੋ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਵੀ ਉਹ ਵੱਡੇ ਜ਼ਿਮੀਂਦਾਰ ਸੀ ਤੇ ਉਸ ਸਮੇਂ ਕਨ੍ਹਈਆ ਮਿਸਲ ਦਾ 12 ਮਿਸਲਾਂ 'ਚੋਂ ਇੱਕ ਕਨ੍ਹਈਆ ਮਿਸਲ ਸੀ, ਉਹਦੇ ਮੁਖੀ ਸਨ ਜੈ ਸਿੰਘ ਜੀ। ਤੇ ਜੈ ਸਿੰਘ ਦੇ ਲੜਕੇ ਗੁਰਬਖਸ਼ ਸਿੰਘ ਦੇ ਨਾਲ ਰਾਣੀ ਸਦਾ ਕੌਰ ਦਾ ਵਿਆਹ ਬਟਾਲਾ ਵਿਖੇ ਹੁੰਦਾ ਵਾ ਕਿਉਂਕਿ ਉਸ ਸਮੇਂ ਕਨ੍ਹਈਆ ਮਿਸਲ ਦਾ ਰਾਜ ਬਟਾਲਾ ਵਿਖੇ ਸੀ। ਜਦੋਂ ਰਾਣੀ ਸਦਾ ਕੌਰ ਵਿਆਹ ਕੇ ਇਸ ਘਰ ਦੇ ਵਿੱਚ ਆਉਂਦੇ ਨੇ ਤੇ ਉਦੋਂ ਉਸ ਸਮੇਂ ਇਹ ਹੁਣ ਤਾਂ ਸਾਡੇ ਕੋਲ ਇੱਕ ਦਰਵਾਜ਼ਾ ਹੀ ਸਾਨੂੰ ਦਿਸ ਰਿਹਾ, ਉਦੋਂ ਇਹ ਬਹੁਤ ਵੱਡੀ ਹਵੇਲੀ ਸੀ। ਸੋ ਇੱਥੇ ਰਾਣੀ ਸਦਾ ਕੌਰ ਦਾ ਵਿਆਹ ਹੁੰਦਾ ਤੇ ਫਿਰ ਉਹ ਉਸ ਸਦਾ ਲਈ ਬਟਾਲੇ ਦੇ ਨਾਲ ਫਿਰ ਉਹਨਾਂ ਦਾ ਨਾਂ ਜੁੜ ਜਾਂਦਾ ਜੀ। ਸੋ ਜਿੱਥੇ ਪਹਿਲਾਂ ਸਦਾ ਕੌਰ ਦੀ ਬਰਾਤ ਇੱਥੇ ਆਉਂਦੀ ਹੈ, ਫਿਰ ਉਹਨਾਂ ਦੀ ਬੇਟੀ ਮਹਿਤਾਬ ਕੌਰ ਦੀ ਬਰਾਤ ਇੱਥੋਂ ਰਵਾਨਾ ਵੀ ਹੁੰਦੀ ਹੈ। ਸੋ ਦੋ ਚੀਜ਼ਾਂ ਬੜੀਆਂ ਵੱਡੀਆਂ ਜੁੜੀਆਂ ਹੋਈਆਂ ਨੇ। ਮਹਿਤਾਬ ਕੌਰ ਦਾ ਨਾਮ ਵੀ ਇਤਿਹਾਸ ਵਿੱਚ ਵੱਡਾ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਸੀ, ਪਹਿਲੀ ਪਤਨੀ ਸੀ ਮਹਿਤਾਬ ਕੌਰ। ਸੋ ਹੁਣ ਜ਼ਿਕਰ ਕਰ ਲੈਂਦੇ ਕਿ ਉਸ ਵੇਲੇ ਜਦੋਂ ਸਦਾ ਕੌਰ ਦੇ ਪਤੀ ਦੀ ਡੈਥ ਹੋ ਜਾਂਦੀ ਹੈ, ਫਿਰ ਆਪ ਸਦਾ ਕੌਰ ਜੰਗ ਲੜਦੀ ਹੁੰਦੀ ਹੈ। ਇਹ ਅਸੀਂ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਜਦੋਂ ਖਾਸ ਕਰਕੇ ਔਰਤਾਂ ਦੀ ਗੱਲ ਆਉਂਦੀ ਆ ਤੇ ਰਾਣੀ ਸਦਾ ਕੌਰ ਦਾ ਨਾਂ ਜਿਹੜਾ ਬਹੁਤ ਉੱਚਾ ਵਾ, ਉਹਨਾਂ ਦਾ ਐਡਾ ਉੱਚਾ ਮਕਾਮ ਆ ਕਿ ਅਸੀਂ ਮਾਈ ਭਾਗੋ ਜੀ ਦੀ ਚਲੋ ਤੁਲਨਾ ਤਾਂ ਨਹੀਂ ਕਰਦੇ
ਪਰ ਉਹਨਾਂ ਨੇ ਮਾਈ ਭਾਗੋ ਜੀ ਤੋਂ ਵੱਧ ਜੰਗਾਂ ਲੜੀਆਂ ਸੀ। ਅਕਸਰ ਹੀ ਅਸੀਂ ਰਾਣੀ ਝਾਂਸੀ ਦਾ ਜ਼ਿਕਰ ਕਰਦੇ ਹਾਂ। ਰਾਣੀ ਝਾਂਸੀ ਨੇ ਵੀ ਠੀਕ ਹੈ ਇੱਕ ਜੰਗ ਬੜੀ ਬਹਾਦਰੀ ਦੇ ਨਾਲ ਲੜੀ, ਪਰ ਸਦਾ ਕੌਰ ਦੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਸੀ ਸਾਰੀਆਂ ਫਤਿਹ ਕੀਤੀਆਂ ਤੇ ਇੱਕ ਬਹੁਤ ਵੱਡਾ ਜਿਹੜਾ ਖਾਲਸਾ ਰਾਜ ਸੀ ਉਹ ਕਾਇਮ ਕਰਨ 'ਚ ਆਪਣਾ ਯੋਗਦਾਨ ਪਾਇਆ ਸੀ। ਸੋ ਗੱਲ ਬਟਾਲੇ ਤੋਂ ਸ਼ੁਰੂ ਹੁੰਦੀ ਹੈ। ਜਦੋਂ ਇੱਥੇ ਵਿਆਹ ਕੇ ਆ ਜਾਂਦੇ ਆ, ਘਨੱਈਆ ਮਿਸਲ ਦਾ ਇੱਥੇ ਰਾਜ ਹੁੰਦਾ ਵਾ, ਤਾਂ ਉਸ ਸਮੇਂ ਮਿਸਲਾਂ ਆਪਸ ਵਿੱਚ ਹੀ ਉਲਝਦੀਆਂ ਸੀ, ਇੱਕ ਦੂਜੇ ਦੇ ਇਲਾਕੇ 'ਤੇ ਕਬਜ਼ਾ ਕਰਦੀਆਂ ਸੀ। ਉਸ ਸਮੇਂ ਰਾਮਗੜੀਆ ਤੇ ਸ਼ੁਕਰ ਚੱਕੀਆ ਮਿਸਲ ਨੇ ਰਲ ਕੇ ਨਾਲ ਰਾਜਾ ਸੰਸਾਰ ਚੰਦ ਕਟੋਚ ਜੰਮੂਵਾਲ ਦੇ ਪਹਾੜੀ ਰਾਜੇ ਸੀ। ਇਹ ਤਿੰਨਾਂ ਦੀਆਂ ਫੌਜਾਂ ਮਿਲ ਕੇ ਬਟਾਲੇ ਤੇ ਹਮਲਾ ਕਰ ਦਿੰਦੀਆਂ। ਜੈ ਸਿੰਘ ਉਸ ਸਮੇਂ ਕੋਈ 85 ਕੁ ਸਾਲ ਦਾ ਬਜ਼ੁਰਗ ਸੀ, ਤੇ ਆਪਣੇ ਬੇਟੇ ਗੁਰਬਖਸ਼ ਸਿੰਘ ਨੂੰ ਜਿਹੜਾ ਕਿ ਸਦਾ ਕੌਰ ਦੇ ਨਾਲ ਵਿਆਹਿਆ ਸੀ ਉਹਨੂੰ ਜੰਗ ਦੇ ਮੈਦਾਨ 'ਚ ਭੇਜਦੇ। ਉਹ ਫਿਰ ਅਚਲ ਸਾਹਿਬ ਦੇ ਲਾਗੇ ਇਹ ਇੱਕ ਭਰਾ ਮਾਰੂ ਜੰਗ ਹੀ ਹੁੰਦੀ ਆ, ਸਿੱਖ ਹੀ ਸਿੱਖ ਦੇ ਵਿਰੁੱਧ ਲੜਦੇ ਆ। ਤੇ ਉਸ ਲੜਾਈ ਦੇ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਹੱਥੋਂ ਗੁਰਬਖਸ਼ ਸਿੰਘ ਮਾਰਿਆ ਜਾਂਦਾ ਵਾ। ਜਦੋਂ ਉੱਥੋਂ ਪਤਾ ਲੱਗਦਾ, ਇੱਥੇ ਖਬਰ ਪਹੁੰਚਦੀ ਇਸ ਹਵੇਲੀ 'ਚ ਕਿ ਗੁਰਬਖਸ਼ ਸਿੰਘ ਸ਼ਹੀਦ ਹੋ ਗਿਆ ਵਾ, ਤੇ ਰਾਣੀ ਸਦਾ ਕੌਰ ਦੀ ਬਹਾਦਰੀ ਵੇਖੋ। ਉਹਦਾ ਸੁਹਾਗ ਭਾਵੇਂ ਉੱਜੜ ਚੁੱਕਾ ਸੀ ਪਰ ਉਹ ਬਿਲਕੁਲ ਰੋਈ ਨਹੀਂ, ਘਬਰਾਈ ਨਹੀਂ। ਉਹਨੇ ਇੱਥੋਂ ਸ਼ਸਤਰ ਚੁੱਕੇ, ਘੋੜਾ ਲੈ ਕੇ ਤੇ ਅਚਲ ਸਾਹਿਬ ਲਾਗੇ ਜੰਗ ਦੇ ਮੈਦਾਨ 'ਚ ਚਲੇ ਜਾਂਦੀ ਹੈ। ਉੱਥੇ ਆਪਣੇ ਪਤੀ ਦੀ ਲਾਸ਼ ਲੱਭਦੀ ਆ, ਉਸ ਨੂੰ ਘੋੜੇ 'ਤੇ ਲੱਦ ਕੇ ਇੱਥੇ ਬਟਾਲੇ ਲੈ ਆਉਂਦੀ ਆ। ਫਿਰ ਇੱਥੇ ਅੰਤਮ ਰਸਮਾਂ ਹੁੰਦੀਆਂ ਹਸਲੀ ਨਾਲੇ ਤੋਂ ਬਾਹਰ ਜਿੱਥੇ ਅੱਜ ਕੱਲ੍ਹ ਭੂਤਨਾਥ ਦਾ ਮੰਦਿਰ, ਉੱਥੇ ਸੰਸਕਾਰ ਕਰਕੇ ਸਮਾਧ ਬਣ ਜਾਂਦੀ ਹੈ। ਸੋ ਜਦੋਂ ਗੁਰਬਖਸ਼ ਸਿੰਘ ਦੀ ਡੈਥ ਹੁੰਦੀ ਆ ਤੇ ਘਨੱਈਆ ਮਿਸਲ ਦਾ ਇੱਕ ਹਿਸਾਬ ਨਾਲ ਲੱਕ ਟੁੱਟ ਜਾਂਦਾ। ਉਹਦੇ ਜਿਹੜੇ ਮੁਖੀ ਹੁੰਦੇ ਨੇ ਜੈ ਸਿੰਘ, ਉਹਨਾਂ ਦਾ ਜਵਾਨ ਪੁੱਤਰ ਜਦੋਂ ਸ਼ਹੀਦ ਹੋ ਜਾਂਦਾ ਤੇ ਉਹ ਬੜੇ ਇਸ ਗੱਲੋਂ ਦਿਲ ਢਾਹ ਜਾਂਦੇ ਆ ਵੀ ਹੁਣ ਤੇ ਸਾਡਾ ਰਿਹਾ ਕੁਛ ਨਹੀਂ। ਪਰ ਸਦਾ ਕੌਰ ਦੀ ਹਿੰਮਤ ਸਦਕਾ ਉਹ ਫਿਰ ਵੀ ਚਲੋ ਉਹ ਸਦਾ ਕੌਰ ਬਰਾਬਰ ਉਹਨਾਂ ਨੂੰ ਹਿੰਮਤ ਦਿੰਦੇ ਰਹਿੰਦੇ। ਫਿਰ ਇੱਥੇ ਥੋੜ੍ਹਾ ਅੱਗੇ ਟਰਨਿੰਗ ਪੁਆਇੰਟ ਇਹ ਹੁੰਦਾ ਵੀ ਸਦਾ ਕੌਰ ਉਹ ਰਣਨੀਤੀਕਾਰ ਬਹੁਤ ਵੱਡੇ ਸਨ। ਫਿਰ ਉਹਨਾਂ ਨੇ ਦੇਖਿਆ ਕਿ ਸਾਡਾ ਇੱਦਾਂ ਇਕੱਲਿਆਂ ਦਾ ਗੁਜ਼ਾਰਾ ਨਹੀਂਗਾ। ਉਹਨਾਂ ਨੇ ਫਿਰ ਆਪਣੇ ਸਹੁਰੇ ਦੇ ਨਾਲ ਸਲਾਹ ਕੀਤੀ ਕਿ ਕਿਉਂ ਨਾ, ਉਹਨਾਂ ਦੇ ਉਦੋਂ ਇੱਕ ਬੇਟੀ ਸੀ ਛੋਟੀ 4 ਸਾਲ ਦੀ, ਉਹ ਮਹਿਤਾਬ ਕੌਰ ਨਾਂ ਦੀ, ਵੀ ਕਿਉਂ ਨਾ ਆਪਾਂ ਮਹਿਤਾਬ ਕੌਰ ਦਾ ਜਿਹੜਾ ਵਿਆਹ ਵਾ ਉਹ ਸ਼ੁਕਰ ਚੱਕੀਆ ਮਿਸਲ ਦੇ ਜਿਹੜੇ ਉਸ ਸਮੇਂ ਮੁਖੀ ਸੀ ਮਹਾਂ ਸਿੰਘ, ਉਹਦੇ ਬੇਟੇ ਰਣਜੀਤ ਸਿੰਘ ਨਾਲ ਕਰ ਦਈਏ। ਪਹਿਲੋਂ ਦੋਵੇਂ ਪਰਿਵਾਰ ਮੰਨਦੇ ਨਹੀਂ, ਕਿਉਂਕਿ ਉਹ ਸੋਚਦੇ ਵੀ ਗੁਰਬਖਸ਼ ਸਿੰਘ ਦੇ ਕਤਲ ਪਿੱਛੇ ਉਹਨਾਂ ਦਾ ਵੀ ਹੱਥ ਹੈ। ਚਲੋ ਫਿਰ ਵੀ ਇਹ ਦੋਵੇਂ ਪਰਿਵਾਰ ਇਕੱਠੇ ਹੋ ਜਾਂਦੇ। ਰਣਜੀਤ ਸਿੰਘ ਦਾ ਜਿਹੜਾ ਵਿਆਹ ਵਾ ਉਹ ਇੱਥੇ ਬਟਾਲੇ ਹੋ ਜਾਂਦਾ। ਸੋ ਬਰਾਤ ਬੜੀ ਉਦੋਂ ਆਉਂਦੀ ਹੁੰਦੀ ਆ, ਆਪਾਂ ਅਸੀਂ ਅੰਦਰ ਵੀ ਚੱਲਦੇ ਆ, ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਲੈਣੇ। ਉਦੋਂ ਬਰਾਤ ਬੜੀ ਸ਼ਾਨੋ ਸ਼ੌਕਤ ਨਾਲ ਆਉਂਦੀ ਹੈ, ਪਰ ਜਿੱਥੇ ਸ਼ਹਿਨਾਈਆਂ ਗੁੰਜੀਆਂ ਸਨ, ਜਿੱਥੇ ਲਾਹੌਰ ਤੇ ਕਬਜ਼ਾ ਕਰਨ ਦੀ ਵਿਉਂਤਬੰਦੀ ਹੁੰਦੀ ਹੈ, ਅੱਜ ਉਹ ਜਿਹੜਾ ਆ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਖੰਡਰ ਬਣ ਗਏ ਨੇ। ਸੋ ਤੁਸੀਂ ਦੇਖ ਰਹੇ ਹੋ ਕਿ ਇੱਥੇ ਸਿਰਫ ਤੇ ਸਿਰਫ ਤੁਹਾਨੂੰ ਕਬੂਤਰ, ਕਾਂ, ਚਿੜੀਆਂ ਦੀ ਆਵਾਜ਼ਾਂ ਹੀ ਨਜ਼ਰ ਆਉਣਗੀਆਂ, ਜਾਂ ਉਹਨਾਂ ਨੇ ਆਪਣੇ ਆਲਣੇ ਹੀ ਬਣਾਏ ਨਜ਼ਰ ਆਉਣਗੇ। ਪਰ ਅੱਜ ਇਹਦੇ ਵਿੱਚ ਕੁਛ ਵੀ ਨਹੀਂ ਰਹਿ ਗਿਆ, ਸਿਰਫ ਤੇ ਸਿਰਫ ਆਹੀ ਇੱਕ ਕੰਧ ਬਚੀ ਹੈ ਸਾਡੇ ਕੋਲ ਤੇ ਇੱਕ ਦਰਵਾਜ਼ਾ ਬਚਿਆ। ਬਿਲਕੁਲ ਜੀ, ਇਹ ਉਹੀ ਦਰਵਾਜ਼ਾ ਵਾ ਜਿੱਥੋਂ ਰਾਣੀ ਸਦਾ ਕੌਰ ਆਪਣੇ ਵਿਆਹ ਕੇ ਇੱਥੇ ਆਏ ਸੀ। ਤੇ ਹੋ ਸਕਦਾ ਇਸੇ ਦਰਵਾਜ਼ੇ ਦੇ ਪਾਣੀ ਵਾਰਲਾ ਬੰਨੇ ਦੀ ਮਾਏ ਉਹ ਗੁਰਬਖਸ਼ ਸਿੰਘ ਦੀ ਮਾਤਾ ਨੇ ਉਹ ਜਿਹੜਾ ਗੀਤ ਬੋਲਿਆ ਹੋਵੇ ਸੁਹਾਗ ਦਾ ਗੀਤ। ਸੋ ਇਸੇ ਹੀ ਦਰਵਾਜ਼ੇ ਦੇ ਥਾਣੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਬਰਾਤ ਆ ਉਹ ਆਉਂਦੀ ਹੈ। ਕਹਿੰਦੇ ਨੇ ਕਿ 7 ਦਿਨ ਇੱਥੇ ਬਰਾਤ ਬਟਾਲਾ ਵਿਖੇ, ਕਿਉਂਕਿ ਰਣਜੀਤ ਸਿੰਘ ਉਦੋਂ ਛੋਟੇ ਸੀ, ਉਦੋਂ ਬਚਪਨ 'ਚ ਹੀ ਵਿਆਹ ਹੋ ਗਿਆ ਸੀ। ਸੋ 7 ਦਿਨ ਇੱਥੇ ਬਰਾਤ ਮਹਾਂ ਸਿੰਘ ਸ਼ੁਗਰ ਚੱਕੀਆ ਆਪਣੇ ਬੇਟੇ ਦੀ ਇੱਥੇ ਰਣਜੀਤ ਸਿੰਘ ਦੀ ਲੈ ਕੇ ਆਉਂਦੇ ਆ। ਸੋ ਬੜੀਆਂ ਖੁਸ਼ੀਆਂ ਚਾਅ ਮਲਾਰ ਹੋਏ ਹੋਣਗੇ। ਸੋ ਉਹ ਜਿਹੜਾ ਵਿਆਹ ਵਾ ਉਹ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਟਰਨਿੰਗ ਪੁਆਇੰਟ ਸੀ ਸਦਾ ਕੌਰ ਦੀ ਜ਼ਿੰਦਗੀ 'ਚ ਵੀ ਤੇ ਸਿੱਖ ਇਤਿਹਾਸ ਦੀ ਇਤਿਹਾਸ ਵਿੱਚ ਵੀ। ਕਿਹਾ ਜਾਂਦਾ ਕਿ ਲਾਹੌਰ ਜਦੋਂ ਜਿੱਤਣਾ ਸੀ, ਕਬਜ਼ਾ ਕਰਨਾ ਸੀ, ਤਾਂ ਉਦੋਂ ਸਦਾ ਕੌਰ ਨੇ ਰਣਜੀਤ ਸਿੰਘ ਹੋਣਾ ਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਇੱਥੇ ਵਿਉਂਤਬੰਦੀ ਹੁੰਦੀ ਹੈ, ਕਿਸ ਤਰ੍ਹਾਂ ਉਸ 'ਤੇ ਕਬਜ਼ਾ ਕੀਤਾ ਜਾਣਾ ਹੈ। ਬਿਲਕੁਲ ਜੀ, ਜਦੋਂ ਸਦਾ ਕੌਰ ਥੋੜ੍ਹਾ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ, ਆਪਣੀ ਬੇਟੀ ਦਾ ਵਿਆਹ ਹੋ ਜਾਂਦਾ ਵਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਹੁਰਾ ਸਾਹਿਬ ਸੀ ਜੈ ਸਿੰਘ ਜੀ, ਉਹ ਵੀ ਚੜ੍ਹਾਈ ਕਰ ਜਾਂਦੇ ਆ। ਫਿਰ ਸਾਰੀ ਕਮਾਂਡ ਜਿਹੜੀ ਆ ਸਦਾ ਕੌਰ ਦੇ ਹੱਥ ਆ ਜਾਂਦੀ। 8000 ਘੋੜਸਵਾਰ ਦੀ ਫੌਜ ਸੀ ਉਸ ਸਮੇਂ। ਰੱਬ ਦੀ ਕਰਨੀ ਕਿ ਜਦੋਂ ਰਣਜੀਤ ਸਿੰਘ ਦਾ ਵਿਆਹ ਹੋ ਜਾਂਦਾ, ਥੋੜ੍ਹੇ ਸਾਲਾਂ ਬਾਅਦ ਹੀ ਰਣਜੀਤ ਸਿੰਘ ਦੇ ਫਾਦਰ, ਉਹਨਾਂ ਦੇ ਪਿਤਾ ਮਹਾਂ ਸਿੰਘ ਦੀ ਵੀ ਡੈਥ ਹੋ ਜਾਂਦੀ ਹੈ। ਉਸ ਸਮੇਂ ਰਣਜੀਤ ਸਿੰਘ 10 ਸਾਲ ਦਾ ਸੀ। ਸੋ ਘਨੱਈਆ ਮਿਸਲ ਦੀ ਕਮਾਂਡ ਵੀ ਤੇ ਸ਼ੁਕਰ ਚੱਕੀਆ ਮਿਸਲ ਦੀ ਕਮਾਂਡ ਵੀ ਰਾਣੀ ਸਦਾ ਕੌਰ ਦੇ ਹੱਥ ਵਿੱਚ ਆ ਜਾਂਦੀ ਹੈ। ਸੋ ਉਹ ਦੋਵਾਂ
ਸੈਨਾਵਾਂ ਨੂੰ ਲੈ ਕੇ ਆਪਣੇ ਜਵਾਈ ਨੂੰ ਨਾਲ ਰਣਜੀਤ ਸਿੰਘ ਨੂੰ ਲੈ ਕੇ ਉਹ ਫਿਰ ਸੋਚਦੀ ਆ ਕਿ ਆਪਾਂ ਹੋਰ ਇਲਾਕੇ ਫਤਿਹ ਕਰੀਏ। ਇਹ ਤੁਹਾਨੂੰ ਦੱਸ ਦੇਵਾਂ ਕਿ ਰਾਣੀ ਸਦਾ ਕੌਰ ਨੇ ਇੱਕ ਵਾਰੀ ਲਾਹੌਰ ਤੋਂ ਕਬਜ਼ਾ ਕਰਨ ਤੋਂ ਪਹਿਲੋਂ ਇੱਕ ਵਾਰੀ ਦਰਬਾਰ ਸਾਹਿਬ ਵਿਖੇ ਅਕਾਲ ਤਖਤ ਤੇ ਸਰਬੱਤ ਖਾਲਸਾ ਵੀ ਬੁਲਾਇਆ ਸੀ। ਉਹ 'ਚ ਸਾਰੇ ਹੀ ਜਿੰਨੀਆਂ ਮਿਸਲਾਂ ਦੇ ਸਰਦਾਰ ਇਕੱਠੇ ਹੋਏ ਤੇ ਰਾਣੀ ਸਦਾ ਕੌਰ ਨੇ ਉਦੋਂ ਵੀ ਆਖਿਆ ਸੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਅਫਗਾਨ ਜਿਹੜਾ ਰਾਜੇ ਆ, ਜਿਹੜਾ ਸ਼ਾਹ ਜਮਾਨ ਸੀ, ਅਬਦਾਲੀ ਦਾ ਜਿਹੜਾ ਪੋਤਰਾ ਸੀ, ਉਸ ਵਕਤ ਉਹ ਕਾਬਜ਼ ਸੀ ਲਾਹੌਰ ਤੇ ਉਹਨਾਂ ਨੇ ਕਿਹਾ ਵੀ ਆਪਾਂ ਇਹਨਾਂ ਦਾ ਮੁਕਾਬਲਾ ਕਰੀਏ ਤੇ ਪੰਜਾਬ ਤੇ ਆਪਣਾ ਸਿੱਖ ਰਾਜ ਕਾਇਮ ਕਰੀਏ। ਚਲੋ ਉਦੋਂ ਕੋਈ ਬਹੁਤਾ ਉਹਨਾਂ ਨੂੰ ਰਿਸਪੌਂਸ ਨਹੀਂ ਸੀ ਬਾਕੀਆਂ ਵੱਲੋਂ ਮਿਲਿਆ, ਪਰ ਇਸ ਤੋਂ ਬਾਅਦ ਇੱਕ ਵਾਰ ਜਦੋਂ 1799 ਨੂੰ ਇੱਥੇ ਮਹਾਰਾਜਾ ਰਣਜੀਤ ਸਿੰਘ ਆਉਂਦੇ ਆ ਬਟਾਲਾ ਇਸੇ ਕੋਠੀ ਦੇ ਵਿੱਚ, ਉਦੋਂ ਉਸ ਵਕਤ ਭੰਗੀ ਮਿਸਲ ਦਾ ਰਾਜ ਜਿਹੜਾ ਉਹ ਲਾਹੌਰ ਉੱਪਰ ਕਬਜ਼ਾ ਹੋ ਜਾਂਦਾ ਵਾ ਤੇ ਉਹ ਪਰ ਭੰਗੀ ਮਿਸਲ ਕਿਉਂਕਿ ਐਡਾ ਵਧੀਆ ਕੋਈ ਰਾਜ ਉਹਨਾਂ ਕੋਲ ਹੋਇਆ ਨਹੀਂ ਤੇ ਲਾਹੌਰ ਦੇ ਜਿਹੜੇ ਵਾਸੀ ਸੀ ਉਹ ਉਹਨਾਂ ਤੋਂ ਤੰਗ ਸਨ। ਸੋ ਜਦੋਂ ਭੰਗੀ ਮਿਸਲ ਤੋਂ ਲਾਹੌਰ ਦੇ ਵਾਸੀ ਖੁਸ਼ ਨਹੀਂ ਸਨ ਤੇ ਇਹਦੀਆਂ ਰਿਪੋਰਟਾਂ ਸਦਾ ਕੌਰ ਨੂੰ ਵੀ ਸਨ ਤੇ ਰਣਜੀਤ ਸਿੰਘ ਨੂੰ ਵੀ ਸਨ ਤੇ 1799 ਦੇ ਕਰੀਬ ਹੀ ਰਣਜੀਤ ਸਿੰਘ ਆਪਣੇ ਗੁਜਰਾਂਵਾਲ ਤੋਂ ਚੱਲ ਕੇ ਇੱਥੇ ਬਟਾਲੇ ਆਉਂਦੇ ਆ। ਇਸੇ ਕੋਠੀ 'ਚ ਬਹਿ ਕੇ ਵਿਉਂਤ ਘੜੀ ਜਾਂਦੀ ਹੈ ਕਿ ਅਸੀਂ ਲਾਹੌਰ ਤੇ ਕਬਜ਼ਾ ਕਰੀਏ ਤੇ ਸਦਾ ਕੌਰ ਜਿਹੜੀ ਕਿ ਬੜੀ ਉਹਨੂੰ ਸਾਰਾ ਰਾਜਨੀਤੀ ਦਾ ਪਤਾ ਸੀ, ਉਹਨੇ ਰਣਜੀਤ ਸਿੰਘ ਨੂੰ ਆਖਿਆ ਵੀ ਇਹ ਬਿਲਕੁਲ ਸਹੀ ਸਮਾਂ ਵਾ, ਤੁਸੀਂ ਗੁਜਰਾਂਵਾਲ ਪਹੁੰਚ ਕੇ ਉੱਥੋਂ ਆਪਣੀ ਫੌਜ ਲੈ ਕੇ ਹਮਲਾ ਕਰੋ ਤਾਂ ਮੈਂ ਹੁਣੇ ਹੀ ਇੱਥੋਂ ਚੱਲਦੀ ਹਾਂ। ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੀ ਰਾਣੀ ਸਦਾ ਕੌਰ ਨੇ ਉਸੇ ਵੇਲੇ ਇੱਥੋਂ ਬਟਾਲੇ ਤੋਂ ਆਪਣੀਆਂ ਫੌਜਾਂ ਲਾਹੌਰ ਨੂੰ ਕੂਚ ਕੀਤੀਆਂ ਤੇ ਜਿਹੜਾ ਸਭ ਤੋਂ ਔਖਾ ਸੀ ਦਿੱਲੀ ਦਰਵਾਜ਼ੇ ਦਾ ਮੋਰਚਾ, ਉਹ ਰਾਣੀ ਸਦਾ ਕੌਰ ਨੇ ਆਪ ਅੱਗੇ ਹੋ ਕੇ ਲੜ ਕੇ ਫਤਿਹ ਕੀਤਾ ਸੀ ਤੇ ਰਣਜੀਤ ਸਿੰਘ ਨੇ ਦੂਸਰੀ ਸਾਈਡ ਤੋਂ ਫਤਿਹ ਕੀਤਾ ਸੀ। ਸੋ ਇਸ ਤਰ੍ਹਾਂ ਰਣਜੀਤ ਸਿੰਘ ਨੂੰ ਲਾਹੌਰ ਦੇ ਕਿਲੇ ਤੱਕ ਪਹੁੰਚਾਉਣ ਦੀ ਜਿਹੜੀ ਵਿਉਂਤਬੰਦੀ ਉਹ ਸਦਾ ਕੌਰ ਨੇ ਇੱਥੇ ਘੜੀ ਸੀ। ਸੋ ਇਹ ਬਹੁਤ ਵੱਡਾ ਜਿਹੜਾ ਇਤਿਹਾਸ ਹੈ, ਸਾਡੀ ਅੱਜ ਦੀ ਜਿਹੜੀ ਪੀੜ੍ਹੀ ਆ ਉਹਨੂੰ ਪਤਾ ਵੀ ਨਹੀਂ ਹੋਏਗਾ। ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਏਗਾ ਕਿ ਇੱਥੇ ਸਦਾ ਕੌਰ ਦੀ ਉਹ ਹਵੇਲੀ ਸੀ ਜਿਸ ਤਰ੍ਹਾਂ ਦੀ ਬਰਾਤ ਪਹੁੰਚੀ ਹੈ। ਨੌਜਵਾਨ ਪੀੜ੍ਹੀ ਦੀ ਦੂਰ ਦੀ ਗੱਲ, ਅਸੀਂ ਵਿਚਰਦੇ ਰਹਿੰਦੇ ਹਾਂ, ਹਾਲੇ ਤੱਕ ਸਾਨੂੰ ਵੀ ਨਹੀਂ ਪਤਾ ਸੀ ਕਿ ਇਹ ਜਿਹੜੀ ਹਵੇਲੀ ਹੈ ਇੰਨੀ ਵੱਡੀ ਹਵੇਲੀ ਇੱਥੇ ਵੀ ਮੌਜੂਦ ਹੈ। ਉਹਦਾ ਧੰਨਵਾਦ ਤੁਹਾਡਾ ਕਰਦੇ ਹਾਂ ਕਿ ਤੁਸੀਂ ਸਾਨੂੰ ਇੱਥੇ ਲੈ ਕੇ ਆਏ ਹੋ। ਸ਼ੁਕਰੀਆ ਅਦਾ ਵੀ ਕਰਦੇ ਹਾਂ ਕਿ ਤੁਸੀਂ ਸਾਰਾ ਇਤਿਹਾਸ ਵੀ ਦੱਸ ਦਿਓ। ਸੋ ਇੱਥੇ ਬਟਾਲੇ ਸ਼ਹਿਰ ਦੇ ਵਿੱਚ ਇੰਨਾ ਵੱਡਾ ਇਤਿਹਾਸ ਜਿਹੜਾ ਭਰਿਆ ਹੋਇਆ, ਵਿਰਾਸਤੀ ਚੀਜ਼ਾਂ ਨੇ, ਕਿਤੇ ਨਾ ਕਿਤੇ ਸਾਡੀ ਨਲਾਇਕੀ ਵੀ ਵੱਡੀ ਹੈ, ਕਿਤੇ ਨਾ ਕਿਤੇ ਵੱਡੀ ਤਰਾਸਦੀ ਵੀ ਹੈ ਕਿ ਅਸੀਂ ਸਾਰੀਆਂ ਚੀਜ਼ਾਂ ਗਵਾ ਲਈਆਂ ਨੇ। ਜੇਕਰ ਕਿਤੇ ਅਸੀਂ ਸਾਂਭੀਆਂ ਹੁੰਦੀਆਂ ਤਾਂ ਅੱਜ ਜਿਸ ਤਰ੍ਹਾਂ ਕਹਿੰਦੇ ਕਿ ਪੰਜਾਬ ਦਾ ਨਖਰਾ ਝੱਲਿਆ ਨਹੀਂ ਜਾਂਦਾ, ਕਿਉਂਕਿ ਪੰਜਾਬ ਜਿਹੜਾ ਆ ਹਮੇਸ਼ਾ ਜਾਣਿਆ ਜਾਂਦਾ ਖਾਣ ਪੀਣ ਨੂੰ ਲੈ ਕੇ, ਘੁੰਮਣ ਨੂੰ ਲੈ ਕੇ, ਕਿਉਂਕਿ ਪੰਜਾਬ ਦੀ ਜਿਹੜੀ ਵੱਖਰੀ ਮੌਜ ਹੀ ਵੱਖਰੀ ਇੱਥੋਂ ਦੀ। ਤੇ ਜੇਕਰ ਇਹ ਸਾਰੀਆਂ ਚੀਜ਼ਾਂ ਸਾਂਭ ਲਈਆਂ ਜਾਂਦੀਆਂ ਤਾਂ ਪੰਜਾਬ ਦਾ ਜਿਹੜਾ ਨਾਮ ਹੋਰ ਉੱਚਾ ਹੋਣਾ ਸੀ। ਬਿਲਕੁਲ ਉੱਚਾ ਹੋਣਾ ਸੀ। ਇਹ ਸਾਨੂੰ ਅਸੀਂ ਬਟਾਲੇ ਵਾਲੇ ਇਹ ਗੱਲ ਤੇ ਸਾਨੂੰ ਅਫਸੋਸ ਹੈ ਕਿ ਪਤਾ ਨਹੀਂ ਕਿਉਂ ਜਾਂ ਕਿਸੇ ਤੈਅਸ਼ੁਦਾ ਨੀਤੀ ਦੇ ਅਨੁਸਾਰ ਜਾਂ ਕਿਵੇਂ ਬਟਾਲੇ ਨੂੰ ਹਮੇਸ਼ਾ ਹੀ ਇਤਿਹਾਸ 'ਚ ਅੱਖੋਂ ਪਰੋਖੇ ਕੀਤਾ ਗਿਆ ਵਾ। ਇਤਿਹਾਸ ਹੀ ਨਹੀਂ, ਜੋ ਇੱਥੇ ਦੀਆਂ ਇਮਾਰਤਾਂ ਸੀ ਜਾਣ ਬੁੱਝ ਕੇ ਸੰਭਾਲ ਨਹੀਂ ਕੀਤੀ ਗਈ। ਤੁਸੀਂ ਦੇਖ ਸਕਦੇ ਜੇ ਕਿ ਇਹ ਜਿਹੜੀ ਰਾਣੀ ਸਦਾ ਕੌਰ ਦੀ ਹਵੇਲੀ ਸੀ ਇਹ ਬਹੁਤ ਵੱਡੀ ਸੀ। ਦੱਸਣ ਵਾਲੇ ਬਜ਼ੁਰਗ ਦੱਸਦੇ ਨੇ ਕਿ ਬੜੇ ਵੱਡੇ ਥਾਂ ਦੇ ਵਿੱਚ ਫੈਲੀ ਸੀ, ਪਰ ਹੌਲੀ ਹੌਲੀ ਇੱਥੇ ਘਰ ਬਣ ਗਏ, ਕਬਜ਼ੇ ਹੋ ਗਏ। ਇਹ ਪਤਾ ਨਹੀਂ ਵੀ ਇਹ ਕਿਵੇਂ ਸਾਰਾ ਕੁਝ ਹੋ ਗਿਆ। ਹੁਣ ਸਿਰਫ ਇੱਕ ਦਰਵਾਜ਼ਾ ਤੇ ਆ ਅਸੀਂ ਥੋੜ੍ਹੀ ਜਿਹੀ ਜਿੱਥੇ ਖੜੇ ਆ, ਇਹ ਯਾਦਗਾਰ ਨਿਸ਼ਾਨੀ ਰਹਿ ਗਈ। ਔਰ ਜੇ ਕੋਈ ਉਸ ਤਰ੍ਹਾਂ ਲੱਭਣ ਆ ਜੇ ਵੀ ਰਾਣੀ ਸਦਾ ਕੌਰ ਦਾ ਮਹਿਲ ਕਿੱਥੇ, ਤੋਂ ਲੱਭ ਨਹੀਂ ਸਕਦੇ। ਹਾਂ, ਆਲੇ ਦੁਆਲੇ ਦੇ ਘਰ ਦੇ ਲੋਕਾਂ ਨਾਲ ਗੱਲਬਾਤ ਕੀਤੀ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੰਨਾ ਵੱਡਾ ਇਤਿਹਾਸ ਹੈ। ਅਸੀਂ ਤਾਂ ਦੂਰ ਦੀ ਗੱਲ, ਜਿਹੜੇ ਲਾਗੇ ਤਾਗੇ ਜਿਹੜੇ ਘਰ ਬਣੇ ਹੋਏ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਮਹਾਰਾਣੀ ਸਦਾ ਕੌਰ ਦੀ ਉਹ ਹਵੇਲੀ ਹੈ ਜਿੱਥੋਂ ਉਹਨਾਂ ਦੀ ਬਰਾਤ ਵੀ ਆਈ ਸੀ ਤੇ ਬੇਟੀ ਦੀ ਬਰਾਤ ਵੀ ਇੱਥੋਂ ਰਵਾਨਾ ਹੁੰਦੀ ਹੈ। ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਇੱਕ ਵਾਰੀ ਦਿਖਾਉਂਦੇ ਚੱਲੋ। ਇਹ ਉਸ ਵੇਲੇ ਦਾ ਜਦੋਂ, ਹੁਣ ਤਾਂ ਲੋਕਾਂ ਦੇ ਘਰ ਬਣ ਚੁੱਕੇ ਆ, ਪਰ ਜਿਹੜਾ ਪੁਰਾਣਾ ਸੀ ਉਹ ਉਸ ਵੇਲੇ ਉਹ ਤਾਂ ਹਰ ਇੱਕ ਚੀਜ਼ ਹੀ ਬਦਲ ਗਈ ਹੈ, ਕੁਛ ਨਹੀਂ ਬਚਿਆ। ਸਿਰਫ ਇੱਕ ਆ ਕੰਧ ਬਚੀ ਹੈ ਤੇ ਇੱਕ ਆ ਮੀਨਾਰ ਜਿਹੜਾ ਪਿੱਛੇ ਬਚਿਆ ਆ। ਬਸ ਇਹੀ ਚੀਜ਼ਾਂ ਨੇ ਜੋ ਤੁਹਾਨੂੰ ਆਈਆਂ ਹੋਣਗੀਆਂ। ਇਹ ਵੀ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਪਿੱਪਲ ਦੀਆਂ ਜੜ੍ਹਾਂ ਨੇ ਵਿਸ਼ਾਲ ਹੁੰਦੀਆਂ ਜਾ ਰਹੀਆਂ, ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੱਪਲ ਇੱਥੇ ਉੱਗਿਆ ਹੋਇਆ ਹੈ, ਰੁੱਖ ਦੀਆਂ ਜੜ੍ਹਾਂ ਵਿਸ਼ਾਲ ਨੇ, ਉਹ ਇਹਦੇ ਵਿੱਚ ਦੀਵਾਰ ਦੇ ਵਿੱਚ ਧੱਸਦੀਆਂ ਜਾ ਰਹੀਆਂ ਨੇ। ਜਿਵੇਂ ਜਿਵੇਂ ਮੈਨੂੰ ਲੱਗਦਾ ਕਿ ਜੜ੍ਹਾਂ ਵੱਧ ਜਾਣਗੀਆਂ ਤਾਂ ਇਹ ਜਿਹੜਾ ਆ ਬਹੁਤ ਕੰਧ ਵੀ ਜਿਹੜੀ ਸ਼ਾਇਦ ਕੋਈ ਲੰਬਾ ਸਮਾਂ ਨਹੀਂ ਚੱਲਣ ਵਾਲੀ। ਬਿਲਕੁਲ ਜੀ, ਇਹ ਤੁਸੀਂ ਦੇਖ ਸਕਦੇ ਜੇ ਕਿ ਇਹ ਸਾਡੀ ਕੌਮ ਦੀ ਅਣਗਹਿਲੀ ਦੇ ਕਾਰਨ ਜਿਹੜੀਆਂ ਇਹ ਬੇਸ਼ਕੀਮਤੀ ਵਿਰਾਸਤਾਂ ਸੀ ਉਹ ਖੰਡਰ 'ਚ ਬਦਲ ਗਈਆਂ। ਇਹ ਪਿੱਪਲ, ਇਹ ਬੋਹੜ ਜਿਹੜੇ ਆ ਉੱਗ ਚੁੱਕੇ ਆ। ਇਹ ਹਵੇਲੀ ਬਹੁਤ ਵੱਡੀ ਸੀ, ਇਹ ਸਾਰੀ ਢਹਿੰਦੀ ਢਹਿ ਗਈ। ਤੇ ਅੱਜ ਕੱਲ੍ਹ ਇਹਨੂੰ ਮਾਈ ਦਾ ਖੋਲਾ ਕਰਕੇ ਲੋਕ ਜਾਣਦੇ ਆ। ਸਦਾ ਕੌਰ ਦਾ ਨਾਂ ਤਾਂ ਨਹੀਂ ਜਾਣਦੇ, ਪਰ ਸ਼ਹਿਰ ਵਾਲੇ ਕਹਿੰਦੇ ਜੀ ਮਾਈ ਦਾ ਖੋਲਾ ਵਾ ਉਹਰੀ ਚੌਂਕ ਦੇ ਵਿੱਚ। ਸੋ ਇਹ ਬੜੀ ਸਾਡੇ ਲਈ ਇਹ
ਮਾੜੀ ਗੱਲ ਹੈ ਕਿ ਅਸੀਂ ਖਾਲਸਾ ਸਰਕਾਰੇ ਖਾਲਸਾ ਜਿਹਦਾ ਰਾਜ ਅਫਗਾਨਿਸਤਾਨ ਤੱਕ ਚਾਈਨਾ ਤੱਕ ਰਿਹਾ ਹੋਵੇ ਤੇ ਇੱਕ ਸਰਬ ਸਾਂਝਾ ਰਾਜ ਹੋਵੇ, ਪੰਜਾਬੀਆਂ ਦਾ ਰਾਜ ਹੋਵੇ ਤੇ ਉਹਦੇ ਰਾਜ ਦੇ ਜਿਹੜੇ ਬੁਨਿਆਦ ਜਿਨ੍ਹਾਂ ਰੱਖੀ ਸੀ ਉਹਨਾਂ ਦੀਆਂ ਬੁਨਿਆਦਾਂ ਦੀ ਅਜੇ ਹਾਲਤ ਹੈ। ਸੋ ਹੁਣ ਗੱਲ ਕਰ ਲੈਂਦੇ ਆ ਕਿ ਸਦਾ ਕੌਰ ਦੀ ਜਿਹੜੀ ਮੌਤ ਹੈ ਉਹ ਕਿਸ ਵੇਲੇ ਹੁੰਦੀ ਹੈ? 1832 ਚ ਸਦਾ ਕੌਰ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਪਹਿਲਾਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਜਿਹੜੀ ਜਗੀਰ ਸੀ, ਇਹ ਬਟਾਲਾ ਸਟੇਟ ਸੀ, ਉਹ ਮਹਾਰਾਜਾ ਸ਼ੇਰ ਸਿੰਘ ਨੂੰ ਦੇ ਦਿੱਤੀ ਸੀ। ਤੋ ਮਹਾਰਾਜਾ ਸ਼ੇਰ ਸਿੰਘ ਦਾ ਇੱਥੇ ਕਾਫੀ ਚਿਰ ਕਬਜ਼ਾ ਰਿਹਾ ਵਾ। ਮਹਾਰਾਜਾ ਸ਼ੇਰ ਸਿੰਘ ਦੱਸਦੀ ਹੈ ਕਿ ਰਾਣੀ ਸਦਾ ਕੌਰ ਦੇ ਦੋਹਤੇ ਸਨ, ਉਹਨਾਂ ਦੇ ਨਾਨੀ ਜੀ ਲੱਗਦੇ ਸਨ, ਕਿਉਂਕਿ ਮਹਿਤਾਬ ਕੌਰ ਦੇ 2 ਬੇਟੇ ਸਨ, ਸ਼ੇਰ ਸਿੰਘ ਤੇ ਤਾਰਾ ਸਿੰਘ, ਜੁੜਵਾਂ ਭਰਾ ਸਨ। ਸ਼ੇਰ ਸਿੰਘ ਦਾ ਜਿਹੜਾ ਰਾਜ ਆ ਉਹ ਬਟਾਲੇ ਤੇ ਰਹਿੰਦਾ ਵਾ ਤੇ 1832 ਚ ਰਾਣੀ ਸਦਾ ਕੌਰ ਦੀ ਡੈਥ ਹੋ ਜਾਂਦੀ ਹੈ। ਜੀ, ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੀ ਵੱਡੀ ਤੇ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਰੀ ਸਾਂਝੀ ਕੀਤੀ ਹੈ। ਸ਼ੁਕਰੀਆ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮੈਂ ਡੇਲੀ ਪੋਸਟ ਦਾ ਵੀ ਧੰਨਵਾਦ ਕਰਦਾ, ਜਿਹੜੇ ਇਤਿਹਾਸ ਦੀਆਂ ਜਿਹੜੀਆਂ ਇਹ ਖਤਮ ਹੋ ਰਿਹਾ ਇਤਿਹਾਸ ਨੂੰ ਅੱਗੇ ਲੈ ਕੇ ਆ ਰਹੇ ਨੇ। ਸੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਬਿਲਕੁਲ ਜੀ, ਅਸੀਂ ਤੁਹਾਡੇ ਤਾਈਂ ਅਸੀਂ ਅੱਜ ਸਾਰਾ ਇਤਿਹਾਸ ਪਹਿਲਾਂ ਦੱਸਿਆ। ਪਹਿਲਾਂ ਪ੍ਰੇਮ ਸਿੰਘ ਖੁੰਡੇਵਾਲ ਉਹਨਾਂ ਦੀ ਜਿਹੜੀ ਤੁਹਾਨੂੰ ਗੋਲ ਕੋਠੀ ਦਿਖਾਈ ਹੈ ਤੇ ਉਸ ਤੋਂ ਬਾਅਦ ਅਸੀਂ ਮਹਾਰਾਣੀ ਸਦਾ ਕੌਰ ਦੀ ਉਸ ਹਵੇਲੀ ਵਿੱਚ ਵੀ ਲੈ ਕੇ ਆਇਆ। ਸਦਾ ਕੌਰ ਦਾ ਰੁਤਬਾ ਬੜਾ ਵੱਡਾ ਸੀ। ਜਿੱਥੇ ਗੱਲ ਕੀਤੀ ਜਾਵੇ, ਮਹਾਰਾਜਾ ਰਣਜੀਤ ਸਿੰਘ ਦੀ ਉਹ ਸੱਸ ਸਨ, ਮਹਿਤਾਬ ਕੌਰ ਦੀ ਮਾਂ ਸੀ, ਗੁਰਬਖਸ਼ ਸਿੰਘ ਦੀ ਪਤਨੀ ਸੀ ਤੇ ਕਨ੍ਹਈਆ ਮਿਸਲ ਦੇ ਜਿਹੜੇ ਸਰਦਾਰ ਸਨ, ਸਰਦਾਰ ਜੈ ਸਿੰਘ ਹੋਣਾ ਦੀ ਜਿਹੜੀ ਨੌਂ ਵੀ ਸੀ। ਸੋ ਇੰਨਾ ਵੱਡਾ ਉਹਨਾਂ ਦਾ ਰੁਤਬਾ ਸੀ। ਉਸ ਤੋਂ ਬਾਅਦ ਇਹੀ ਜਿਹੜੀ ਸਿੰਘਣੀ ਹੈ ਜਾਬਾਜ਼ ਸਿੰਘਣੀ, ਬਹੁਤ ਸਾਰੀਆਂ ਜਿੱਤਾਂ ਵੀ ਜਿਹੜੀਆਂ ਜਿੱਤਦੀ ਹੈ, ਆਪਣੇ ਫਤਿਹ ਹਮੇਸ਼ਾ ਹਾਸਲ ਕਰਦੀ ਹੈ, ਖੁਦ ਜੰਗ ਦੇ ਮੈਦਾਨ 'ਚ ਵੀ ਜਾਂਦੀ ਹੈ, ਤਲਵਾਰ ਵੀ ਚਲਾਉਂਦੀ ਹੈ। ਪਰ ਅੱਜ ਜਿਹੜੀ ਉਹਨਾਂ ਦੀ ਇੱਕ ਵੱਡੀ ਯਾਦਗਾਰ ਨੂੰ ਜਿੱਥੇ ਅਸੀਂ ਸੰਭਾਲਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ, ਉਹ ਇੱਕ ਮਲੀਆ ਮੇਟ ਹੋ ਚੁੱਕੀ ਹੈ, ਮਿੱਟੀ ਬਣਦੀ ਜਾ ਰਹੀ ਹੈ। ਸ਼ਾਇਦ ਜਿਹੜਾ ਆ ਕੰਧ ਦਰਵਾਜ਼ਾ ਬਣਿਆ ਕਿੰਨੇ ਕੁ ਸਾਲ ਜਿਹੜਾ ਹੋਰ ਰਹੇਗਾ, ਸ਼ਾਇਦ ਇਹ ਵੀ ਖਤਮ ਹੋ ਜਾਏਗਾ। ਜੇਕਰ ਇੱਥੇ ਇੱਕ ਪਹਿਲ ਕਦਮੀ ਕੀਤੀ ਜਾਵੇ, ਸਾਡਾ ਫਰਜ਼ ਤੁਹਾਨੂੰ ਦਿਖਾਉਣ ਦਾ ਸੀ, ਉਜਾਗਰ ਕਰਨ ਦਾ ਸੀ। ਹਮਲਾ ਮਾਰਨਾ ਤੁਹਾਡਾ ਫਰਜ਼ ਹੈ। ਹੁਣ ਸਰਕਾਰਾਂ ਦਾ ਫਰਜ਼ ਹੈ ਕਿ ਉਹ ਇੱਥੇ ਆਉਣ ਤੇ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਬਚ ਗਈਆਂ ਨੇ ਉਹਨੂੰ ਸਾਂਭ ਲਿਆ ਜਾਵੇ ਤਾਂ ਚੰਗੀ ਗੱਲ ਹੈ। ਹੁਣ ਅਸੀਂ ਤੁਹਾਡੇ ਤੋਂ ਲਵਾਂਗੇ ਆਗਿਆ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।